ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਦੀ ਵਾਰ ਦੀ ਇਸ ਬਾਣੀ ਦੀ ਵਿਚਾਰ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਉਚਾਰੀ ਬਾਣੀ, ਕੁਝ ਪਦੇ ਗੁਰੂ ਅੰਗਦ ਸਾਹਿਬ ਦੇ ਆਸਾ ਦੀ ਵਾਰ ਵਿੱਚ ਹਨ। ਸਾਨੂੰ ਕੁਝ ਚਿਰ ਤੋਂ ਇਹਦੇ ਦਰਸ਼ਨ ਕਰਦੇ ਹਾਂ। ਅੱਜ ਅਸੀਂ ਅਗਲੀ ਪੌੜੀ ਦੇ ਵਿਚਾਰ ਆਰੰਭ ਕਰਨੀ ਹੈ। ਇਸ ਵੇਲੇ ਅਸੀਂ 5ਵੀਂ ਪੌੜੀ ਕਰ ਚੁੱਕੇ ਹਾਂ। ਸ਼ਾਇਦ ਇਹ 5ਵੀਂ ਪੌੜੀ ਦੀ ਵਿਚਾਰ ਹੈ। ਮਹਾਰਾਜ 6ਵੀਂ ਪੌੜੀ ਦੀ ਵਿਚਾਰ ਅਸੀਂ ਅੱਜ ਸ਼ੁਰੂ ਕਰਨੀ ਹੈ। ਇਹ ਪੌੜੀ ਔਰ ਅਗਲੀ ਪੌੜੀ ਮਹਾਰਾਜ ਦੀ ਇਸ ਬਾਣੀ ਵਿੱਚ ਸਾਨੂੰ ਦੋ ਚੀਜ਼ਾਂ ਮੇਰੇ ਵਿਚਾਰ ਵਿੱਚ ਸਮਝ ਆਉਂਦੀਆਂ ਹਨ। ਇੱਕ ਤਾਂ ਧਰਮ, ਆਰਗੇਨਾਈਜ਼ਡ ਰਿਲੀਜਨ ਔਰ ਸਪਿਰਿਚੁਅਲਿਟੀ ਦਾ ਕੀ ਰਿਲੇਸ਼ਨਸ਼ਿਪ ਹੈ। ਦੂਸਰਾ ਇਹਦਾ ਦਰਵਾਜ਼ਾ ਕੀ ਹੈ। ਸਪਿਰਿਚੁਅਲਿਟੀ, ਅਧਿਆਤਮ, ਬ੍ਰਹਮ ਗਿਆਨ, ਜੀਵਨ ਗਿਆਨ ਦਾ ਕੀ ਦਰਵਾਜ਼ਾ ਹੈ। ਇਸ ਪਦੇ ਵਿੱਚ, ਇਸ ਪੌੜੀ ਵਿੱਚ ਔਰ ਅਗਲੀ ਵਿੱਚ ਇਹ ਗੱਲਾਂ ਗੁਰੂ ਖੋਲ੍ਹਦੇ ਹਨ। ਅਸੀਂ ਜਿਸ ਮਨ ਦੇ ਵਿੱਚ ਵਿਚਰਦੇ ਹਾਂ, ਉਸ ਮਨ ਦੇ ਵਿੱਚ ਕੰਪੀਟੀਟਿਵਨੈਸ ਆਧਾਰ ਹੈ। ਮਾਡਰਨ ਸਾਇੰਸ ਸਾਨੂੰ ਦੋ ਤਰ੍ਹਾਂ ਦੇ ਰਿਐਕਸ਼ਨਸ ਮਨ ਦੇ ਦੱਸਦੀ ਹੈ। ਇੱਕ ਤੇ ਫਲਾਈਟ ਹੈ ਔਰ ਦੂਸਰਾ ਫਾਈਟ ਹੈ। ਜਾਂ ਤਾਂ ਅਸੀਂ ਆਪਣੀ ਜਗ੍ਹਾ ਲਈ ਲੜਦੇ ਹਾਂ ਜਾਂ ਉਸ ਨੂੰ ਛੱਡ ਕੇ ਭੱਜ ਜਾਂਦੇ ਹਾਂ ਆਪਣੇ ਆਪ ਨੂੰ ਬਚਾਉਣ ਲਈ। ਜੀਵਨ ਦੇ ਵਿੱਚ ਔਰ ਈਵਨ ਐਨੀਮਲ ਵਰਲਡ ਦੇ ਵਿੱਚ ਕੰਪੀਟੀਸ਼ਨ ਸਰਵਾਈਵਲ ਦਾ ਇੱਕ ਤਰੀਕਾ ਹੈ। ਹਰ ਚੀਜ਼ ਰਿਸੋਰਸ ਦੇ ਲਈ ਆਪਸ ਵਿੱਚ ਕੰਪੀਟ ਕਰਦੀ ਹੈ, ਖਾਣੇ ਲਈ, ਸਰਵਾਈਵਲ ਲਈ। ਇਸ ਕਰਕੇ ਇੱਕ ਨੇਚਰ ਬਣਦਾ ਹੈ, ਉੱਥੋਂ ਇੱਕ ਫਲੋ ਜੀਵਨ ਦਾ ਉੱਥੋਂ ਬਣਦਾ ਹੈ। ਪਰ ਕੀ ਅਧਿਆਤਮ ਵਿੱਚ ਵੀ ਇਹੀ ਰੂਲ ਅਪਲਾਈ ਕਰਦੇ ਹਨ? ਜੋ ਜੀਵਨ ਦੇ ਸਰਵਾਈਵਲ ਦੇ ਲਈ ਅਸੀਂ ਐਫਰਟਸ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੇ, ਕੀ ਉਹੀ ਰੂਲਸ ਸਾਨੂੰ ਬ੍ਰਹਮ ਗਿਆਨ ਨੂੰ ਜਾਂ ਜੀਵਨ ਨੂੰ ਪੂਰੀ ਤਰ੍ਹਾਂ ਜਾਣਨ ਵਾਸਤੇ ਵੀ ਕਰਨੇ ਹਨ? ਉੱਥੇ ਕੋਈ ਨਵੇਂ ਰੂਲਸ ਨੇ? ਇੱਥੇ ਜੋ ਰੂਲਸ ਅਸੀਂ ਜੀਵਨ ਦੇ ਜੀਂਦੇ ਹਾਂ, ਇਹ ਤਾਂ ਇੱਕ ਨੈਚੁਰਲ ਗੱਲ ਹੈ ਕਿ ਜਿਹੜੀ ਚੀਜ਼ ਨੂੰ ਜਾਂ ਜਿਹੜੇ ਨੇਚਰ ਨੂੰ ਅਸੀਂ ਜਾਣਦੇ ਹਾਂ, ਅਸੀਂ ਉਸੇ ਨੂੰ ਹਰ ਜਗ੍ਹਾ ਅਪਲਾਈ ਕਰਦੇ ਹਾਂ। ਜੇ ਅਸੀਂ ਜਾਣਦੇ ਹਾਂ ਕਿ ਕੰਪੀਟ ਕਰਨ ਨਾਲ ਹੀ ਫਾਇਦਾ ਹੋ ਸਕਦਾ ਹੈ, ਤਾਂ ਅਸੀਂ ਅਧਿਆਤਮ ਵਿੱਚ ਵੀ ਉਹੀ ਕਰਦੇ ਹਾਂ, ਕਿਉਂਕਿ ਸਾਨੂੰ ਉਹੀ ਜਗ੍ਹਾ, ਉਹੀ ਮਨ ਦਾ ਗਿਆਨ ਹੈ। ਕੰਪੀਟੀਸ਼ਨ ਉੱਥੇ ਵੀ ਆਉਂਦਾ ਹੈ ਕਿਉਂਕਿ ਮੇਰਾ ਨੇਚਰ ਇਸ ਤਰ੍ਹਾਂ ਦਾ ਹੈ। ਪਰ ਕੀ ਅਧਿਆਤਮਵਾਦ, ਸਪਿਰਿਚੁਅਲਿਟੀ, ਬ੍ਰਹਮ ਗਿਆਨ, ਜੀਵਨ ਗਿਆਨ, ਆਤਮਾ ਦਾ ਗਿਆਨ ਉਹਨਾਂ ਰੂਲਸ ਤੋਂ ਗਵਰਨਡ ਹੈ? ਇਹ ਜਾਣਨਾ ਜ਼ਰੂਰੀ ਹੈ। ਆਓ ਅੱਜ ਦਾ ਪਦਾ, ਅੱਜ ਦੀ ਪੌੜੀ ਅਸੀਂ ਪੜ੍ਹਦੇ ਹਾਂ, ਫਿਰ ਇਹਦੇ ਵਿਚਾਰ ਦੇ ਵਿੱਚ ਉਤਰਨ ਦਾ ਯਤਨ ਕਰਦੇ ਹਾਂ। ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ। ਸ਼ਲੋਕ ਪਹਿਲਾ। ਮੁਸਲਮਾਨਾ ਸਿਫਤ ਸਰੀਅਤ, ਪੜ੍ਹ ਪੜ੍ਹ ਕਰੇ ਵਿਚਾਰ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਹਿੰਦੂ ਸਾਲਾ ਹੀ ਸਾਲਾ ਹਨ, ਦਰਸ਼ਨ ਰੂਪ ਅਪਾਰ।
ਤੀਰਥ ਨਾਵੇਂ ਅਰਚਾ ਪੂਜਾ, ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤਿਆਂ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਦੇ ਮੰਗੇ ਸੈਸਾ ਗੁਣਾ, ਸ਼ੋਭ ਕਰੇ ਸੰਸਾਰ। ਚੋਰਾ ਜਾਰਾ ਤੈ ਕੁੜਿਆਰਾ, ਖਾਰਾ ਬਾਵੇ ਕਾਰ। ਇਕ ਹੁੰਦਾ ਖਾਏ ਚਲੇ ਐ ਥਾਊ, ਤਿਨਾ ਬਿਕਾਈ ਕਾਰ। ਜਲ ਥਲ ਜੀਆਂ ਪੁਰੀਆਂ ਲੋਆ, ਆਕਾਰਾਂ ਆਕਾਰ। ਹੋਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਬਿਤੇਰੀ ਸਾਰ। ਨਾਨਕ ਭਗਤਾਂ ਭੁਖ ਸਾਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਛਾਰ। ਮਹਿਲਾ ਪਹਿਲਾ। ਮਿੱਟੀ ਮੁਸਲਮਾਨ ਕੀ, ਪੇੜੈ ਪਈ ਘੁਮਿਆਰ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬਪੁੜੀ, ਝੜ ਝੜ ਪਵੈ ਅੰਗਿਆਰ। ਨਾਨਕ ਜਿਨ ਕਰਤੈ ਕਾਰਣ ਕੀਆ, ਸੋ ਜਾਣੈ ਕਰਤਾਰ। ਪੌੜੀ। ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਜੀ। ਧੰਨਵਾਦ ਵੀਰ ਮਹਾਰਾਜ। ਨਾਨਕ ਭਗਤਾਂ ਭੂਖ ਸਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਛਾਰ। ਜੀਵਨ ਦੇ ਵਿੱਚ ਕੀ ਕੁਝ ਵਰਤ ਰਿਹਾ ਹੈ, ਜੇ ਅਸੀਂ ਧਿਆਨ ਨਾਲ ਦੇਖੀਏ ਤੇ ਜੀਵਨ ਇੱਕ ਫਲੋ ਆਫ ਸਰਕਮਸਟਾਂਸਿਸ ਹੈ। ਮੈਂ ਅਨੇਕ ਤਰ੍ਹਾਂ ਦੀ ਸਰਕਮਸਟਾਂਸਿਸ ਚੋਂ ਜੀਵਨ ਚੋਂ ਨਿਕਲਦਾ ਹਾਂ। ਕਿਸੇ ਵੀ ਉਮਰ ਵਿੱਚ, ਕਿਸੇ ਵੀ ਸਥਾਨ ਦੇ ਵਿੱਚ ਇਹ ਜਿਹੜਾ ਜੀਵਨ ਅਸੀਂ ਜੀ ਰਹੇ ਹਾਂ, ਇਸ ਵਿੱਚ ਐਕਸਪੀਰੀਐਂਸਿਸ ਔਰ ਹੈਪਨਿੰਗਸ ਸਾਡੇ ਨਾਲ, ਸਾਡੇ ਆਲੇ ਦੁਆਲੇ ਹੋ ਰਹੀਆਂ ਹਨ। ਅਸੀਂ ਐਸੇ ਨੂੰ ਜੀਵਨ ਜਾਣਦੇ ਹਾਂ। ਅ ਕਲੈਕਸ਼ਨ ਆਫ ਆਲ ਦੀ ਇਵੈਂਟਸ ਵਿਦਿਨ ਮੀ ਐਂਡ ਅਰਾਊਂਡ ਮੀ is what I know of life. But this event is happening on which canvas, on which mirror is this reflection of life happening? ਇਹ ਜੋ ਇਵੈਂਟਸ ਵਰਤ ਰਹੇ ਹਨ, ਇਹ ਕਿਸ ਤੇ ਵਰਤ ਰਹੇ ਹਨ? ਕਿਉਂਕਿ ਇੱਕ ਇਵੈਂਟ ਤੋਂ ਦੂਸਰੇ ਇਵੈਂਟ ਵਿੱਚ ਮੈਂ ਜਾਂਦਾ ਹਾਂ ਤਾਂ ਉਹਦੇ ਕੰਟੀਨਿਊਮ ਦੇ ਵਿੱਚ ਕਿਹੜੀ ਚੀਜ਼ ਜਾ ਰਹੀ ਹੈ? ਸਵੇਰੇ ਮੈਂ ਉੱਠਿਆ ਤੇ ਨਾਰਾਜ਼ ਸੀ, ਕੁਛ ਅੱਛੀ ਗੱਲ ਕੀਤੀ ਕਿਸੇ ਨੇ ਤਾਂ ਮੈਂ ਹਸਮੁਖ ਹੋ ਗਿਆ। ਕੁਛ ਹੋਰ ਗੱਲ ਹੋਈ ਤਾਂ ਮੈਂ ਉਦਾਸ ਹੋ ਗਿਆ। ਫਿਰ ਕੁਛ ਹੋਰ ਹੋਇਆ ਤਾਂ ਮੈਂ ਖੇੜੇ ਵਿੱਚ ਆ ਗਿਆ। ਇਮੋਸ਼ਨਸ ਦਾ ਫਲੋ ਤਾਂ ਚੇਂਜ ਹੁੰਦਾ ਜਾ ਰਿਹਾ ਹੈ ਇਵੈਂਟਸ ਤੋਂ ਡੋਮੀਨੇਟ ਹੋ ਕੇ। ਪਰ ਇਹ ਇਵੈਂਟਸ ਹੋ ਕਿੱਥੇ ਰਹੀਆਂ ਹਨ? ਇਹ ਮੈਂ ਆਪ ਨੂੰ ਜੋ ਸਮਝਾਉਣਾ ਚਾਹੁੰਦਾ ਹਾਂ ਜਾਂ ਜੋ ਕਹਿਣਾ ਚਾਹੁੰਦਾ ਹਾਂ ਕਿ ਆਰ ਦੀਜ਼ ਇਵੈਂਟਸ ਡਿਫਾਈਨਿੰਗ ਮਾਈ ਲਾਈਫ, ਔਰ ਆਰ ਦੀਜ਼ ਇਵੈਂਟਸ ਹੈਪਨਿੰਗ ਐਂਡ ਆਈ ਐਮ ਪਾਸਿੰਗ ਥਰੂ ਦੈਮ? then who is this I? ਔਰ ਉਹ ਅਨਚੇਂਜਿੰਗ ਹੈ ਜਾਂ ਉਹ ਵੀ ਚੇਂਜਿੰਗ ਹੈ? ਜੀਵਨ ਨੂੰ ਪੂਰੀ ਤਰ੍ਹਾਂ ਜਾਣਨਾ ਮੈਨੂੰ ਲੱਗਦਾ ਇੱਕ ਸਮੁੰਦਰ ਦੀ ਤਰ੍ਹਾਂ ਹੈ। ਸਮੁੰਦਰ ਦੇ ਉੱਪਰ ਲਹਿਰਾਂ ਹਵਾ ਨਾਲ ਚੱਲਦੀਆਂ ਹਨ ਔਰ ਉਹ ਕਈ ਵਾਰ ਸ਼ਾਂਤ ਹਨ, ਕਈ ਵਾਰ ਭੂਚਾਲ ਵਿੱਚ ਹਨ। ਉਹ ਸਭ ਲਹਿਰਾਂ ਇੱਕ ਚੇਂਜ ਡਿਪਿਕਟ ਕਰਦੀਆਂ ਹਨ। ਪਰ ਸਮੁੰਦਰ ਦੇ ਗਹਿਰੇ ਤਲ ਹਜ਼ਾਰਾਂ ਫੁੱਟ ਥੱਲੇ ਕੁਛ ਵੀ ਨਹੀਂ ਬਦਲ ਰਿਹਾ।
ਬਹੁਤ ਥੋੜਾ ਬਦਲਦਾ ਹੈ। ਜੀਵਨ ਦੇ ਹਰ ਜਗ੍ਹਾ ਦੇ ਵਿੱਚ ਤੇ ਵੈਸੇ ਬਦਲਾਵ ਹੈ, ਬਟ ਸਮੁੰਦਰ ਦੀ ਤਹਿ ਤੇ ਵੈਰੀ ਲਿਟਲ ਚੇਂਜ ਇਜ਼ ਹੈਪਨਿੰਗ। ਔਰ ਉਹ ਸਾਰਾ ਉੱਪਰ ਦਾ ਚੇਂਜ ਉਸ ਅਨਚੇਂਜਿੰਗ ਫੇਜ਼ ਨਾਲ ਰਿਲੇਸ਼ਨ ਰੱਖਦਾ ਹੈ। ਅਧਿਆਤਮ ਕੀ ਹੈ? ਜਦੋਂ ਅਸੀਂ ਇਹਨੂੰ ਐਕਸਪਲੋਰ ਕਰਨਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਇਵੈਂਟਸ ਨੂੰ ਪਕੜ ਲੈਂਦੇ ਹਾਂ ਔਰ ਉੱਥੋਂ ਹੀ ਅਧਿਆਤਮ ਨੂੰ ਡਿਫਾਈਨ ਕਰਨਾ ਸ਼ੁਰੂ ਕਰਦੇ ਹਾਂ। ਕਿਵੇਂ? ਗੌਤਮ ਬੋਧੀ ਪੇੜ ਦੇ ਥੱਲੇ ਬੈਠ ਕੇ 49 ਡੇਜ਼ ਤਪੱਸਿਆ ਕੀਤੀ ਔਰ ਉਹਨੂੰ ਬ੍ਰਹਮ ਗਿਆਨ ਹੋ ਗਿਆ। ਬੋਧੀ ਪੇੜ ਜ਼ਰੂਰੀ ਸੀ, ਬੈਠਣਾ ਜ਼ਰੂਰੀ ਸੀ, ਜਾਂ 49 ਡੇਜ਼ ਜ਼ਰੂਰੀ ਸਨ? ਮੇਰਾ ਮਨ ਕਿਹੜੀ ਚੀਜ਼ ਨੂੰ ਪਕੜੇਗਾ? ਰੂਮੀ ਦੀ ਗੱਲ ਅਸੀਂ ਕਈ ਵਾਰ ਕੀਤੀ ਹੈ। ਦਰਵੇਸ਼ ਡਾਂਸ ਕਰਦਾ ਹੈ। ਅੱਜ ਉਹ ਦਰਵੇਸ਼ ਡਾਂਸ ਹਜ਼ਾਰਾਂ ਲੋਕ ਕਰਦੇ ਹਨ। ਸ਼ਾਇਦ ਉਹ ਰੂਮੀ ਤੋਂ ਵੀ ਬਿਹਤਰ ਕਰਦੇ ਹੋਣਗੇ, ਪਰ ਕੀ ਉਹ ਡਾਂਸ ਅਧਿਆਤਮ ਡਿਪਿਕਟ ਕਰ ਰਿਹਾ ਹੈ? ਇਜ਼ ਦੀ ਇਵੈਂਟ ਦ ਸਪਿਰਿਚੁਅਲਿਟੀ ਵਿਦਿਨ ਮੀ? ਮੈਂ ਹਮੇਸ਼ਾ ਅਧਿਆਤਮ ਨੂੰ ਇਵੈਂਟ ਤੋਂ ਹੀ ਦੇਖਾਂਗਾ, ਕਿਉਂਕਿ ਮੈਂ ਇਵੈਂਟਸ ਨੂੰ ਹੀ ਜੀਵਨ ਜਾਣਦਾ ਹਾਂ। ਇਸ ਕਰਕੇ ਅਗਰ ਮੈਂ ਕਿਸੇ ਧਰਮ ਦਾ ਹਿੱਸਾ ਹੋ ਗਿਆ ਤਾਂ ਮੈਂ ਧਰਮੀ ਕਹਾਵਾਂਗਾ ਆਪਣੇ ਆਪ ਨੂੰ। ਮੈਂ ਸਿੱਖ ਹਾਂ, ਮੈਂ ਅੰਮ੍ਰਿਤ ਛਕਿਆ ਹੈ, ਮੈਂ ਗੁਰੂ ਦਾ ਸਿੱਖ ਹਾਂ, ਤਾਂ ਮੈਂ ਅਧਿਆਤਮੀ ਹਾਂ। ਮੈਨੂੰ ਜੀਵਨ ਬਾਰੇ ਗਿਆਨ ਹੈ। ਪਰ ਕੀ ਇਹ ਸੱਚ ਹੈ ਕਿ ਮੈਂ ਇੱਕ ਆਰਗੇਨਾਈਜ਼ਡ ਰਿਲੀਜਨ ਜਾਂ ਅਨਆਰਗੇਨਾਈਜ਼ਡ ਰਿਲੀਜਨ ਜਾਂ ਇੱਕ ਸੈਕਟ ਜਾਂ ਇੱਕ ਡਿਸਕੋਰਸ ਦਾ ਮੈਂਬਰ ਹੋ ਗਿਆ? ਉਹ ਆਪਣੇ ਆਪ ਵਿੱਚ ਡਿਫਾਈਨ ਕਰਦਾ ਹੈ ਕਿ ਮੈਂ ਸਪਿਰਿਚੁਅਲ ਹੋ ਗਿਆ। ਫਿਰ ਕਿਹੜੀ ਚੀਜ਼ ਡਿਫਾਈਨ ਕਰਦੀ ਹੈ? ਇਹ ਪ੍ਰਸ਼ਨ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਦੱਸਦੇ ਹਨ। ਦਰਅਸਲ ਜੀਵਨ ਨੂੰ ਅਸੀਂ ਇੱਕ ਇਵੈਂਟਸ ਦੇ ਪ੍ਰਿਜ਼ਮ ਤੋਂ ਦੇਖਦੇ ਹਾਂ ਤਾਂ ਸਾਨੂੰ ਭੁੱਲ ਜਾਂਦਾ ਹੈ ਕਿ ਜੀਵਨ ਪੂਰਾ ਕੀ ਹੈ। ਅਗਰ ਅਸੀਂ ਸਿਨੋਪਸਿਸ ਆਫ ਸਾਰੇ ਇਵੈਂਟਸ ਨੂੰ ਜੀਵਨ ਜਾਣੀਏ ਤਾਂ ਸਾਨੂੰ ਕੁਝ ਵੀ ਨਹੀਂ ਸਮਝ ਆਏਗਾ। ਇਹ ਟੋਟਲ ਪ੍ਰਿਜ਼ਮ ਆਫ ਚੇਂਜ ਹੈ ਬਸ। ਪਰ ਇਹ ਕਿੱਥੇ ਹੋ ਰਿਹਾ ਹੈ? ਕੀ ਹੋ ਰਿਹਾ ਹੈ? ਇਹਦੇ ਪਰਮਾਨੈਂਸ ਕੀ ਹੈ? ਇਹਦੇ ਵਿੱਚ ਬਿਯੋਂਡ ਇਹਦੇ ਕੀ ਹੈ ਔਰ ਪਹਿਲੇ ਇਹਦੇ ਕੀ ਹੈ? ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਇਹ ਪ੍ਰਸ਼ਨ ਪੁੱਛਿਆ ਸੀ, ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹੇ ਸਮਾਈ। ਕਿ ਇਹ ਇਨਸਾਨ ਕਿੱਥੋਂ ਆ ਰਿਹਾ ਹੈ ਮਹਾਰਾਜ? ਕਿੱਧਰ ਜਾਏਗਾ? ਕਿੱਧਰ ਸਮਾਏਗਾ? ਕਿੱਥੇ ਰੈਸਟ ਮਿਲੇਗੀ ਇਹਨੂੰ ਆਪਣੇ ਜੀਵਨ ਦੇ ਅਖੀਰਲੇ ਸਮੇਂ ਤੱਕ? ਗੁਰੂ ਸਾਹਿਬ ਨੇ ਇਹਨਾਂ ਬਾਣੀਆਂ ਨੂੰ ਆਰਗੇਨਾਈਜ਼ ਕਰਕੇ ਪ੍ਰਗਟ ਨਹੀਂ ਕੀਤਾ ਹੈ। ਸਿੱਧਗੋਸ਼ ਦੀ ਬਾਣੀ ਪਹਿਲੀ ਬਾਣੀ ਹੈ। ਜਪਜੀ ਸਾਹਿਬ ਤੋਂ ਪਹਿਲਾਂ ਸ਼ਿਵਰਾਤ ਦੇ ਮੇਲੇ ਵਿੱਚ ਫਰਵਰੀ ਔਰ ਮਾਰਚ ਦੇ ਵਿੱਚ 70 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਕਈ ਸਾਲ ਆਪਣੇ ਨਾਲ ਇੱਕ ਪੋਥੀ ਲੈ ਕੇ ਚੱਲਦੇ ਹਨ। ਕਈ ਸਾਲ, 17 ਸਾਲ ਤਾਂ ਕਰਤਾਰਪੁਰ, ਉਸ ਤੋਂ ਪਹਿਲਾਂ ਉਦਾਸੀਆਂ ਹੋਈਆਂ ਪੋਥੀ ਵਿੱਚ ਦਰਜ ਕਰਦੇ ਜਾਂਦੇ ਹਨ। ਇੱਕ ਸਪਿਰਿਚੁਅਲ ਐਕਸਪੀਰੀਅੰਸ ਨੂੰ ਸ਼ਬਦ ਦੇ ਰਾਹੀਂ ਪ੍ਰਗਟ ਕਰਨ ਦਾ ਯਤਨ ਕਰ ਰਹੇ ਹਨ। ਕਿਵੇਂ ਦੱਸਣਗੇ ਕਿ ਸਪਿਰਿਚੁਅਲਿਟੀ ਕੀ ਹੈ? ਉਹ ਰੈਵਲੇਸ਼ਨ ਕੀ ਹੈ ਜੋ ਮੇਰੇ ਆਤਮਾ ਦੇ ਵਿੱਚ ਰਿਵੀਲ ਹੋ ਰਹੀ ਹੈ? ਉਹ ਕਿਵੇਂ ਦੱਸਣਗੇ? ਜਦੋਂ ਇਸ ਚਲਤੀ ਦੁਨੀਆ ਤੋਂ, ਚਲਦੇ ਮਨ ਤੋਂ ਜੀਵਨ ਵਿੱਚ ਵਿਚਰਦੇ ਹੋਏ ਕੋਈ ਥਿਰ ਸਮਾਂ ਆਉਂਦਾ ਹੈ, ਕੋਈ ਥਿਰ ਰੈਵਲੇਸ਼ਨ ਆਉਂਦੀ ਹੈ, ਉਸ ਵਿੱਚ ਇੱਕ ਸ਼ਬਦ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ। ਉਸ ਨੂੰ ਸਾਹਿਬ ਦਰਜ ਕਰ ਲੈਂਦੇ ਹਨ, ਦੱਸਣਾ ਚਾਹੁੰਦੇ ਹਨ ਕਿ ਸੱਤ ਕੀ ਹੈ। ਉਦਾਸੀਆਂ ਲਈ ਕਿਉਂ ਗਏ ਸਨ, ਇਹ ਵੀ ਸਾਨੂੰ ਦੱਸਿਆ ਹੈ। ਇਹਨਾਂ ਉਦਾਸੀਆਂ ਦੇ ਵਿੱਚ ਕੀ ਮਿਲਿਆ ਸਾਨੂੰ, ਕੀ ਦਿਖਿਆ, ਕੀ ਗਿਆਨ ਪ੍ਰਾਪਤ ਹੋਇਆ। ਇੱਕ ਉਦਾਸੀ ਦੇ ਵਿੱਚ ਜਾਂਦੇ ਹੋਏ ਸਾਹਿਬ ਨੇ, ਭਾਈ ਗੁਰਦਾਸ ਜੀ ਇੱਕ ਵਾਰ ਵਿੱਚ ਦੱਸਦੇ ਹਨ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਨੂੰ ਹੀ ਕੰਪੀਟੀਸ਼ਨ ਦੀ ਗੱਲ ਆ ਗਈ ਹੈ। ਕੌਣ ਵੱਡਾ ਹੈ? ਜਦੋਂ ਮੈਂ ਈਗੋ ਮਾਈਂਡ ਤੋਂ ਧਰਮ ਨੂੰ ਅਪਰੋਚ ਕਰਦਾ ਹਾਂ ਤਾਂ ਲਾਜ਼ਮੀ ਹੈ ਮੈਂ ਉਸ ਨੂੰ ਤਾਂ ਫੋਲੋ ਕਰਾਂਗਾ ਜਦ ਮੈਨੂੰ ਇਹ ਕਨਵਿੰਸ ਹੋਏਗਾ ਕਿ ਇਹ ਬੈਸਟ ਰਿਲੀਜਨ ਹੈ।
ਮੈਨੂੰ ਉਹਦਾ ਗਿਆਨ ਨਹੀਂ ਹੈ। ਕੰਪੈਰੀਟਿਵ ਰਿਲੀਜਨ ਦੀ ਇੱਕ ਪੂਰੀ ਫੀਲਡ ਚੱਲ ਪਈ ਹੈ, ਰਿਲੀਜਨਸ ਦਾ ਕੰਪੈਰੀਜ਼ਨ ਕਰੀਏ। ਮੇਰੇ ਸਬਮਿਸ਼ਨ ਵਿੱਚ ਬਿਲਕੁਲ ਹੀ ਗਲਤ ਹੈ। ਸਮੁੰਦਰ ਦੀ ਲਹਿਰਾਂ ਦੀ ਕੰਪੀਟੀਸ਼ਨ ਨਾਲ ਸਮੁੰਦਰ ਦੇ ਤਹਿ ਨੂੰ, ਬਾਟਮ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਬਿਲਕੁਲ ਹੀ ਗਲਤ ਮਾਰਗ 'ਤੇ ਅਸੀਂ ਟੁਰ ਪਏ ਹਾਂ। ਸਾਨੂੰ ਲੱਭਣਾ ਚਾਹੀਦਾ ਹੈ ਕਿ ਇਹ ਸਾਰੇ ਧਰਮਾਂ ਦੇ ਵਿੱਚ ਅਨਚੇਂਜਿੰਗ ਕੀ ਹੈ, ਇਹਦੇ ਅੰਦਰ ਕਾਮਨਨੈਸ ਕੀ ਹੈ। ਡਿਫਰੈਂਸ ਨਹੀਂ ਦੇਖਣਾ ਚਾਹੀਦਾ। ਉਸ ਕਾਮਨਨੈਸ ਤੋਂ ਸਾਨੂੰ ਦਿਖੇਗਾ ਕਿ ਸਪਿਰਿਚੁਅਲਿਟੀ ਕੀ ਹੈ। ਸ਼ੁਰੂ ਵਿੱਚ ਅਸੀਂ ਜਪਜੀ ਸਾਹਿਬ ਦੀ ਵਿਚਾਰ ਸ਼ੁਰੂ ਕੀਤੀ ਸੀ। ਕਬੀਰ ਨੇ ਕਿਹਾ ਸੀ ਸਾਰੀ ਦੁਨੀਆ ਸਿੱਖ ਬਣ ਜਾਏਗੀ। ਇਹ ਥਾਟ ਕਿੱਥੋਂ ਆ ਰਹੀ ਹੈ? ਕੰਪੀਟੀਸ਼ਨ ਤੋਂ। ਮੇਰਾ ਧਰਮ ਬਿਹਤਰ ਹੈ, ਮੇਰਾ ਧਰਮ ਐਡਵਾਂਸਡ ਹੈ, ਮਾਡਰਨ ਹੈ। ਇਹ ਸਭ ਈਗੋ ਮਾਈਂਡ ਦੇ ਥਾਟਸ ਨੇ। ਧਰਮ ਨੂੰ ਜਾਣੇ ਬਿਨਾ ਧਰਮ ਦੀ ਜਜਮੈਂਟ ਕਰ ਲੈਣੀ। ਦਰਅਸਲ ਧਰਮ ਕੀ ਹੈ? ਦਰਅਸਲ ਅਧਿਆਤਮ ਕੀ ਹੈ? ਬ੍ਰਹਮ ਗਿਆਨ ਕੀ ਹੈ? ਗੁਰੂ ਸਾਹਿਬ ਸਾਨੂੰ ਉਸ ਮਾਰਗ ਦਾ ਅੱਜ ਇੱਕ ਰਸਤਾ ਦੱਸਦੇ ਹਨ, ਇੱਕ ਦਰਵਾਜ਼ਾ ਦੱਸਦੇ ਹਨ। ਪਰ ਅਸੀਂ ਸਾਰੇ ਇਸੇ ਤਰ੍ਹਾਂ ਧਰਮ ਨੂੰ ਫੋਲੋ ਕਰਦੇ ਹਾਂ ਔਰ ਅਸੀਂ ਦੇਖਦੇ ਹਾਂ ਇਸ ਤੋਂ ਕੌਨਫਲਿਕਟਸ ਵੀ ਚੱਲਦੇ ਹਨ। ਫਿਰ ਇੱਕ ਧਰਮ ਦੂਜੇ ਨੂੰ ਡੋਮੀਨੇਟ ਕਰਨ ਦਾ ਯਤਨ ਕਰਦਾ ਹੈ। ਜਿੱਥੇ ਜ਼ਿਆਦਾ ਇੱਕ ਧਰਮ ਦੇ ਲੋਕ ਨੇ ਉਹ ਦੂਸਰੇ ਨੂੰ ਹੇਠਾਂ ਦਿਖਾਉਂਦੇ ਹਨ। ਉਸੇ ਹਿਸਾਬ ਨਾਲ ਕਾਨੂੰਨ ਬਣਦੇ ਹਨ। ਇਹ ਸਾਰੀਆਂ ਚੀਜ਼ਾਂ ਧਰਮੀ ਮਨ ਤੋਂ ਨਹੀਂ ਆ ਰਹੀਆਂ, ਅਧਿਆਤਮ ਤੋਂ ਨਹੀਂ ਆ ਰਹੀਆਂ। ਦੇ ਆਰ ਕਮਿੰਗ ਫਰਮ ਆਰ ਇੰਟਰਨਲ ਕੌਨਫਲਿਕਟਡ ਮਾਈਂਡਸ, ਦ ਕ੍ਰੀਏਸ਼ਨ ਆਫ ਦ ਈਗੋ, ਨਾਟ ਦ ਕ੍ਰੀਏਸ਼ਨ ਆਫ ਸਪਿਰਿਚੁਅਲਿਟੀ। ਫਿਰ ਇਸ ਸਮੇਂ ਵਿੱਚ ਇੱਕ ਪਿਆਰਾ ਪੁਰਸ਼ ਜਿਸ ਨੂੰ ਦੁਨੀਆ ਨਾਲ ਪਿਆਰ ਦੀ ਨਿਗਾਹ ਨਾਲ ਦੇਖਣਾ ਹੈ, ਜਿਹੜਾ ਅਧਿਆਤਮ ਨੂੰ ਜਾਣਦਾ ਹੈ, ਉਹ ਦੁਨੀਆ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਉਸ ਸੱਤ ਦਾ ਬਿਆਨ ਕਰਦਾ ਹੈ। ਔਰ ਇਹਨਾਂ ਪਦਿਆਂ ਵਿੱਚ ਕੋਈ ਜਜਮੈਂਟ ਨਹੀਂ ਹੈ। ਨਾ ਤੇ ਮੁਸਲਮਾਨ ਨੂੰ ਮਾੜਾ ਕਿਹਾ ਹੈ, ਨਾ ਹਿੰਦੂ ਨੂੰ, ਨਾ ਹੀ ਜੋਗੀ ਨੂੰ, ਨਾ ਹੀ ਸਤੀ ਨੂੰ, ਔਰ ਨਾ ਹੀ ਚੋਰਾਂ ਨੂੰ। ਕੇਵਲ ਇੱਕ ਫੈਕਚੁਅਲ ਸਿਚੁਏਸ਼ਨ ਪ੍ਰੈਜ਼ੈਂਟ ਕੀਤੀ ਹੈ। ਬੜੀ ਨਿਰਾਲੀ ਜੀ ਗੱਲ ਹੈ। ਜਵਾਬ ਕੀ ਆਇਆ ਹੈ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ, ਬਾਬੇ ਆਖੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਗੁਰੂ ਮਹਾਰਾਜ ਕਹਿੰਦੇ ਨੇ ਤੇ ਅਮਲ ਦੀ ਗੱਲ ਹੈ। ਅਮਲ ਜੀਵਨ ਵਿੱਚ ਧਰਮ ਨੂੰ ਬਿਠਾ ਲੈਣਾ, ਮਨ ਨੂੰ ਰੰਗ ਦੇਣਾ, ਉਸ ਸ਼ਬਦ ਨੂੰ ਜਾਣ ਲੈਣਾ, ਮਨ ਨੂੰ ਚੇਂਜ ਕਰ ਦੇਣਾ, ਅਰਪਣ ਕਰ ਦੇਣਾ, ਈਗੋ ਨੂੰ ਡ੍ਰੌਪ ਕਰ ਦੇਣਾ ਅਮਲ ਹੈ ਮਹਾਰਾਜ। ਇਹ ਪ੍ਰੂਫ ਔਰ ਇਹਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਕਈ ਜਗ੍ਹਾ 'ਤੇ ਮਿਲ ਜਾਏਗੀ। ਈਵਨ ਸੇਵਾ ਦਾ ਵੀ ਇਹੀ ਕਨਸੈਪਟ ਹੈ। ਹਉਮੈ ਨੂੰ ਗੇਰ ਕੇ ਹੀ ਸੇਵਾ ਹੋ ਸਕਦੀ ਹੈ, ਪ੍ਰੇਮ ਨਾਲ ਸਿਰਫ ਹੋ ਸਕਦੀ ਹੈ। ਔਰ ਇਸ ਪਦੇ ਵਿੱਚ ਉਹਦੀ ਗੱਲ ਛੇੜੀ ਹੈ ਸਾਹਿਬ ਨੇ, ਸਤੀਆਂ ਦੀ ਗੱਲ ਕੀਤੀ ਹੈ। ਕਈ ਵਾਰ ਪਦੇ ਪੜ੍ਹ ਕੇ ਇੱਕ ਦਰਸ਼ਨ ਸ਼ਬਦ ਦੇ ਜ਼ਰੀਏ ਉੱਠਦੇ ਹਨ ਤਾਂ ਜੀ ਕਰਦਾ ਹੈ ਮਹਾਰਾਜ ਕਿਵੇਂ ਕਰ ਪਾਛਾਰ ਪੈਰਾਂ ਦੀ ਧੂੜ ਮਿਲ ਜਾਏ ਮਹਾਰਾਜ। ਇਹ ਗੱਲ ਬਹੁਤ ਡੂੰਘੀ ਹੈ ਕਿ ਦੁਨੀਆ ਵਿੱਚ ਅਸੀਂ ਸਾਰੇ ਵਿਚਰਨ ਆਉਂਦੇ ਹਾਂ, ਆਪਣਾ ਆਪਣਾ ਜੀਵਨ ਅਸੀਂ ਜੀ ਕੇ ਚਲੇ ਜਾਵਾਂਗੇ। ਪਰ ਕੌਣ ਜਿੱਤ ਕੇ ਜਾਏਗਾ, ਕੌਣ ਜਾਣ ਕੇ ਜਾਏਗਾ ਔਰ ਕੌਣ ਹਾਰ ਕੇ ਜਾਏਗਾ, ਇਹ ਕੌਣ ਦੱਸੇਗਾ? ਬੜੇ ਧੋਖੇ ਹਨ। ਅੱਜ ਦੇ ਗੁਰੂ ਵੀ ਧੋਖੇ ਕਰਦੇ ਹਨ। ਜਿਨ੍ਹਾਂ ਨੂੰ ਗਿਆਨ ਨਹੀਂ ਉਹ ਗਿਆਨ ਦੀ ਗੱਲ ਕਰਦੇ ਹਨ। ਇੱਕ ਵਾਰ ਮੈਨੂੰ ਵੀ ਕਿਸੇ ਨੇ ਸੱਦਿਆ, ਆਓ ਸੰਤ ਆਏ ਨੇ, ਤੁਸੀਂ ਜ਼ਰੂਰ ਮਿਲੋ। ਤਾਂ ਜ਼ਰੂਰ ਜਾਣਾ ਬਣਦਾ ਸੀ। ਅਸੀਂ ਚਲੇ ਗਏ। ਕੁਝ ਸਾਲ ਪਹਿਲੇ ਦੀ ਗੱਲ ਹੈ। ਸਭਾ ਵਿੱਚ ਬੈਠੇ ਹੋਏ ਸੰਤਾਂ ਨੇ ਦੱਸਿਆ ਕਿ ਜੀ ਉਹ ਧਿਆਨ ਵਿੱਚ ਜਦੋਂ ਸੱਚਖੰਡ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਸਾਰੇ ਸਿੱਖ ਹੀ ਦਿਖਦੇ ਹਨ। ਮੈਨੂੰ ਥੋੜ੍ਹਾ ਜਿਹਾ ਅਜੀਬ ਲੱਗਿਆ। ਗੁਰੂ ਨਾਨਕ ਸਾਹਿਬ ਨੇ ਤਾਂ ਇਹ ਗੱਲ ਕੀਤੀ ਨਹੀਂ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਨਹੀਂ ਕਿਧਰੇ ਲਿਖੀ। ਹੋਰ ਕੰਡੀਸ਼ਨਸ ਲਿਖੀਆਂ ਹਨ, ਕੌਣ ਉੱਥੇ ਜਾਏਗਾ, ਕੌਣ ਪਹੁੰਚ ਪਾਏਗਾ, ਪਰ ਇਹ ਕੰਡੀਸ਼ਨ ਨਹੀਂ ਲਿਖੀ। ਗੁਰੂ ਗ੍ਰੰਥ ਸਾਹਿਬ ਸਪਿਰਿਚੁਅਲ ਰੈਵਲੇਸ਼ਨ ਹੈ, ਅਧਿਆਤਮ ਦੀ, ਸ਼ਬਦ ਦੀ। ਫਿਰ ਉਹ ਸੰਤ ਕੁਝ ਸਾਲ ਬਾਅਦ ਸਮਝ ਆਈ
ਕਿ ਸਾਰਿਆਂ ਦੀ ਪ੍ਰਾਪਰਟੀ ਹੜਪ ਕੇ ਨੱਠ ਗਏ ਹਨ। ਉਹ ਸੱਚਖੰਡ ਦਾ ਮਤਲਬ ਹੀ ਇਹ ਸੀ। ਅਸੀਂ ਵੀ ਤਿਆਰ ਹਾਂ ਬੇਵਕੂਫ ਬਣਨ ਨੂੰ, ਤਾਂ ਅਗਲੇ ਲਾਭ ਉਠਾਉਂਦੇ ਹਨ। ਇਹ ਚੋਰਾਂ ਦੀ ਗੱਲ ਹੈ, ਅੱਜ ਗੁਰੂ ਨੇ ਚਲਾਈ ਹੈ ਇਸ ਪਦੇ ਵਿੱਚ, ਪਰ ਅਸੀਂ ਉਹਨਾਂ ਨੂੰ ਸੰਤ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਪਤਾ ਹੀ ਨਹੀਂ ਸੰਤ ਕੌਣ ਹੈ, ਕਿਵੇਂ ਪਤਾ ਲੱਗ ਸਕਦਾ ਹੈ? ਅਸੀਂ ਕੰਪੀਟੀਟਿਵ ਵਰਲਡ ਦੇ ਰਾਜੇ ਹਾਂ, ਅਸੀਂ ਉਹਦੇ ਵਿੱਚ ਜੀਂਦੇ ਹਾਂ, ਰੋਜ਼ ਕੰਪੀਟ ਕਰਦੇ ਹਾਂ ਟੂ ਸਰਵਾਈਵ। ਤਾਂ ਧਰਮ ਵਿੱਚ ਵੀ ਉਹੀ ਇੰਪਲੀਮੈਂਟੇਸ਼ਨ ਕਰਦੇ ਹਾਂ। ਇਸ ਪਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਦੱਸਦੇ ਹਨ ਕਿ ਸਪਿਰਿਚੁਅਲ ਬ੍ਰਹਮ ਗਿਆਨ, ਸੰਤ ਪੁਰਸ਼, ਆਤਮ ਗਿਆਨੀ, ਉਸ ਵੱਲ ਟੁਰਨ ਵਾਲਾ ਕੌਣ ਹੈ, ਉਹਦੇ ਕੀ ਲੱਛਣ ਹਨ। ਪਹਿਲੀ ਪੰਕਤੀ ਤੋਂ ਹਜ਼ੂਰ ਸ਼ੁਰੂ ਹੁੰਦੇ ਹਨ ਤੇ ਮੁਸਲਮਾਨਾਂ ਦੀ ਗੱਲ ਚਲਾਉਂਦੇ ਹਨ। ਜਿਸ ਸਮੇਂ ਵਿੱਚ ਇਹ ਬਾਣੀ ਉਚਰੀ ਗਈ ਹੈ, ਹਿੰਦੁਸਤਾਨ ਵਿੱਚ 3 ਮੁੱਖ ਧਰਮ ਚੱਲ ਰਹੇ ਸਨ, ਮੁਸਲਮਾਨ, ਹਿੰਦੂ ਔਰ ਜੋਗੀ ਧਰਮ। ਉਸ ਵੇਲੇ ਫਰਕ ਸੀ ਯੋਗਾ ਦਾ। ਗੋਰਖਨਾਥ ਗੁਰੂ ਨੇ ਮੁਸਲਮਾਨਾਂ ਦੀ ਗੱਲ ਪਹਿਲਾਂ ਚਲਾਈ ਹੈ। ਮੁਸਲਮਾਨਾਂ ਸਿਫਤ ਸਰੀਅਤ ਪੜ੍ਹ ਪੜ੍ਹ ਕਰੇ ਵਿਚਾਰ। ਮੁਸਲਮਾਨ ਧਰਮ ਦੇ ਵਿੱਚ ਸ਼ਰੀਆ ਹੈ। ਸ਼ਰੀਆ ਲਾਅ ਜਿਹੜਾ ਹੈ ਉਹ ਸਟਰਕਚਰ ਹੈ, ਕੀ ਕਰਨ ਨਾਲ, ਕੀ ਹੋਣ ਨਾਲ, ਜਿਹਦੇ ਕਈ ਪਾਰਟ ਹਨ। ਵੀ ਕਿਵੇਂ ਜਲਾਇਆ ਜਾਏਗਾ, ਕਿਵੇਂ ਉਹਦਾ ਵਿਆਹ ਕੀਤਾ ਜਾਏਗਾ, ਕਿਵੇਂ ਉਹਦੀ ਜੀਵਨ ਹੋਏਗਾ, ਕਿਵੇਂ ਡਿਵੋਰਸ ਹੋਏਗਾ, ਇਹ ਸਭ ਸ਼ਰੀਆ ਦਾ ਪਾਰਟ ਹੈ। ਤਾਂ ਸਾਹਿਬ ਕਹਿੰਦੇ ਹਨ ਕਿ ਉਹ ਸਿਫਤ ਕਰਦੇ ਹਨ ਸ਼ਰੀਆ ਦੀ, ਉਹਨੂੰ ਪੜ੍ਹਦੇ ਹਨ, ਉਹਦੀ ਵਿਚਾਰ ਕਰਦੇ ਹਨ। ਯਾਨੀ ਇੱਕ ਧਰਮ ਦੇ ਸਟਰਕਚਰ ਦੀ ਵਿਚਾਰ ਚੱਲ ਰਹੀ ਹੈ। ਜਿਵੇਂ ਸਾਡੇ ਧਰਮ ਵਿੱਚ ਵੀ ਅਸੀਂ ਵਿਚਾਰ ਚਲਾਈ ਹੈ ਕਿ ਕੀ ਸਿੱਖ ਦੀ ਡੈਫੀਨੇਸ਼ਨ ਹੈ, ਮਰਿਆਦਾ ਕੀ ਹੈ, ਤਾਂ ਰਹਿਤ ਮਰਿਆਦਾ ਬਣੀ ਹੈ। ਇਹ ਰਹਿਤ ਮਰਿਆਦਾ ਅਸੀਂ ਆਪਣੇ ਵਿਚਾਰਾਂ ਨਾਲ ਧਰਮ ਤੋਂ ਰਿਫਲੈਕਟ ਕਰਕੇ ਕੁਝ ਹੱਦ ਤੱਕ ਜੋ ਸਾਨੂੰ ਸਮਝ ਆਇਆ ਧਰਮ ਬਾਰੇ, ਉਸ ਦੇ ਨਿਚੋੜ 'ਚੋਂ ਬਣਾਈ ਹੈ। ਇਹਦੇ ਵਿੱਚ ਸਭ ਕੁਝ ਠੀਕ ਹੈ ਕਿ ਨਹੀਂ ਹੈ, ਇਹ ਤਾਂ ਪੰਥ ਵਿਚਾਰੇ ਤਾਂ ਜਾਣੇ ਪੂਰੀ ਤਰ੍ਹਾਂ। ਪਰ ਅਸੀਂ ਵੀ ਇਸੇ ਤਰ੍ਹਾਂ ਦੀ ਇੱਕ ਸਟਰਕਚਰ ਦਿੱਤਾ ਹੈ ਧਰਮ ਨੂੰ। ਤਾਂ ਹਜ਼ੂਰ ਕਹਿੰਦੇ ਹਨ, ਬੰਦੇ ਸੇਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਇਹ ਜਿਹੜੇ ਮੁਸਲਿਮ ਜਦੋਂ ਸਰੀਆ ਪੜ੍ਹਦਾ ਹੈ ਤਾਂ ਨਾਲ ਉਹ ਕਹਿੰਦਾ ਹੈ ਕਿ ਬੰਦੇ ਉਹ ਨੇ ਜਿਹੜੇ ਇਹਦੇ ਵਿੱਚ ਬੰਦਿਸ਼ ਵਿੱਚ ਰਹਿੰਦੇ ਹਨ, ਸ਼ਰੀਆ ਦੇ ਲਾਅ ਦੇ ਵਿੱਚ ਰਹਿੰਦੇ ਹਨ। ਔਰ ਸ਼ਰੀਆ ਦੇ ਲਾਅ ਦੇ ਵਿੱਚ ਰਹਿੰਦੇ ਹੋਏ ਉਹ ਇਹ ਕਹਿੰਦੇ ਹਨ ਕਿ ਇਹ ਸ਼ਰੀਆ ਦੇ ਵਿੱਚ ਰਹਿ ਕੇ ਉਹਦੇ ਵਿੱਚ ਵੇਖਣ ਦਾ ਜੋ ਦੀਦਾਰ ਦੇ ਭੁੱਖੇ ਨੇ, ਉਹੀ ਸਹੀ ਲੋਕ ਨੇ। ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਇਸ ਦੀ ਬੰਦਿਸ਼ ਵਿੱਚ ਪੈ ਕੇ, ਸ਼ਰੀਆ ਦੀ ਬੰਦਿਸ਼ ਵਿੱਚ ਪੈ ਕੇ ਜੋ ਦੀਦਾਰ ਦੇ ਭੁੱਖੇ ਨੇ, ਉਹਨਾਂ ਨੂੰ ਹੀ ਗਿਆਨ ਹੋ ਸਕਦਾ ਹੈ। ਇਹ ਸਟਰਕਚਰ ਹੈ, ਰਿਲੀਜੀਅਸ ਸਟਰਕਚਰ ਹੈ। ਬੇਹੀ ਨਦੀ ਤੋਂ ਗੁਰੂ ਨਾਨਕ ਸਾਹਿਬ ਜਦੋਂ ਨਿਕਲੇ ਹਨ ਤਾਂ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕੀਤੀ ਹੈ, ਨਾ ਕੋ ਹਿੰਦੂ ਨਾ ਮੁਸਲਮਾਨ। ਧਰਮ ਤੋਂ ਪਰੇ ਦੀ ਇੱਕ ਇਕਾਗਰਤਾ, ਇੱਕ ਵਨਨੈਸ, ਇੱਕ ਪ੍ਰੈਜ਼ੈਂਸ। ਕਿਉਂਕਿ ਇਹ ਇੱਕ ਲਾਜ਼ਮੀ ਪ੍ਰਸ਼ਨ ਹੈ ਸਾਡੇ ਜੀਵਨ ਵਿੱਚ ਵੀ। ਜਾਂ ਤਾਂ ਅਸੀਂ ਉਸ ਧਰਮ ਵਿੱਚ ਜੰਮ ਕੇ ਆਪਣੇ ਆਪ ਨੂੰ ਕਨਵਿੰਸ ਕਰਦੇ ਹਾਂ ਕਿ ਇਹ ਬੈਸਟ ਰਿਲੀਜਨ ਹੈ। ਇਸ ਤਰ੍ਹਾਂ ਮੁਸਲਮਾਨ ਵੀ ਕਰਦਾ ਹੈ, ਇਸ ਤਰ੍ਹਾਂ ਹਿੰਦੂ ਵੀ ਕਰਦਾ ਹੈ ਕਿ ਮੈਂ ਜਿਹੜੀ ਜਗ੍ਹਾ ਹਾਂ। ਇਸ ਤਰ੍ਹਾਂ ਸਿੱਖ ਵੀ ਕਰਦੇ ਹਾਂ, ਅਸੀਂ ਵੀ ਕਰਦੇ ਹਾਂ ਕਿ ਮੈਂ ਜਿਹੜੀ ਜਗ੍ਹਾ ਹਾਂ ਉਹ ਦੈਟਸ ਦ ਬੈਸਟ ਪਲੇਸ। ਬਟ ਇਹ ਧਰਮ ਦਾ ਸਟਰਕਚਰ ਹੈ। ਅਸੀਂ ਇਸ ਸਟਰਕਚਰ ਦੇ ਵਿੱਚ ਫਿਰ ਸਿਕਿਉਰ ਹੋ ਜਾਂਦੇ ਹਾਂ, ਕਿਉਂਕਿ ਅਸੀਂ ਮਨ ਨੂੰ ਕਨਵਿੰਸ ਕਰ ਲਿਆ ਕਿ ਅਸੀਂ ਸਵੇਰੇ ਨਿਤਨੇਮ ਕੀਤਾ ਹੈ, ਰਹਿਤ ਮਰਿਆਦਾ ਦੇ ਹਿਸਾਬ ਨਾਲ ਅਸੀਂ ਜੀਵਨ ਜੀ ਰਹੇ ਹਾਂ, ਹੁਣ ਅਸੀਂ ਠੀਕ ਹਾਂ। ਬਟ where does religion become spiritually relevant? In the events or in the unchanging part of life? ਮੇਰਾ ਆਪ ਨਾਲ ਕੁਐਸਚਨ ਇਹ ਹੈ, ਚੇਂਜਿੰਗ ਪਾਰਟ ਆਫ ਲਾਈਫ ਵਿੱਚ ਜੀਂਦੇ ਹੋਏ ਇਸ ਤੇ ਬਿਯੋਂਡ ਕਿਵੇਂ ਜਾਇਆ ਜਾਏ? ਕੀ ਇਰੈਲੇਵੈਂਟ ਨਹੀਂ ਹੈ? ਜਿਹੜੀ ਗੱਲ ਹਜ਼ੂਰ ਸਾਨੂੰ ਕਈ ਵਾਰ ਸਮਝਾ ਚੁੱਕੇ ਹਨ ਕਿ ਹਉਮੈ ਨੂੰ ਗੇਰਨ ਨਾਲ ਹੁਕਮ ਦਾ ਗਿਆਨ ਹੋਏਗਾ। ਔਰ ਅੱਗੇ ਕੁਝ ਪੱਦਿਆਂ ਅੱਗੇ ਬੜੀ ਜਲਦੀ ਹੀ ਗੁਰੂ ਸਾਹਿਬ ਸਮਝਾਣਗੇ ਕਿ ਹਉਮੈ ਦਾ ਜੀਵਨ ਨਾਲ ਕੀ ਰਿਲੇਸ਼ਨਸ਼ਿਪ ਹੈ, ਈਗੋ ਕੀ ਬਿਲਕੁਲ ਗਲਤ ਹੈ ਜਾਂ ਨਹੀਂ ਹੈ,
ਕੀ ਕਾਰਨ ਹੈ, ਕਿਉਂ ਹੈ, ਇਹ ਸਭ ਸਮਝਾਣਗੇ। ਕਿਸ ਕਾਰਨ ਕਰਕੇ ਸਮਝਾਣਗੇ? ਕਿਉਂਕਿ ਆਪ ਗੁਰੂ ਸਾਹਿਬ ਬਿਯੋਂਡ ਦੀ ਈਗੋ ਪਹੁੰਚ ਚੁੱਕੇ ਹਨ, ਦੇਖ ਰਹੇ ਹਨ ਕਿ ਇਹਦਾ ਕੀ ਰੋਲ ਹੈ ਜੀਵਨ ਵਿੱਚ। ਅਸੀਂ ਉਸ ਟਾਰਗੇਟ ਵੱਲ ਨਹੀਂ ਜਾ ਰਹੇ ਹਾਂ। ਅਸੀਂ ਆਪਣੇ ਆਪ ਨੂੰ ਕਨਵਿੰਸ ਕਰਦੇ ਹਾਂ ਕਿ ਜਿਸ ਸਟਰਕਚਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹੀ ਸਟਰਕਚਰ ਠੀਕ ਹੈ। ਆਉਣ ਵਾਲੇ ਸਮੇਂ ਵਿੱਚ ਦੁਨੀਆ ਵਿੱਚ ਇੱਕ ਨਵੀਂ ਮੂਵਮੈਂਟ ਚੱਲਦੀ ਹੈ ਔਰ ਕਾਫੀ ਡਿਵੈਲਪਡ ਨੇਸ਼ਨਸ ਦੇ ਵਿੱਚ ਇਹ ਹੁਣ ਦੇਖਣ ਨੂੰ ਮਿਲਦਾ ਹੈ। ਨਿਊਜ਼ੀਲੈਂਡ, ਨਾਰਵੇ, US ਵੀ। ਇੱਕ ਤਬਕਾ ਆਪਣੇ ਆਪ ਨੂੰ ਰਿਲੀਜੀਅਸ ਨਹੀਂ ਕਹਿੰਦਾ, ਉਹ ਆਪਣੇ ਆਪ ਨੂੰ ਸਪਿਰਿਚੁਅਲ ਕਹਿੰਦਾ ਹੈ, ਬਟ ਰਿਲੀਜਨ ਦਾ ਪਾਰਟ ਨਹੀਂ ਮੰਨਦਾ। ਉਹ ਕਿਸੇ ਸਟਰਕਚਰ ਨੂੰ ਨਹੀਂ ਮੰਨਦਾ। ਇਹ ਠੀਕ ਹੈ, ਨਹੀਂ ਹੈ, ਇਹ ਆਪਣੇ ਆਪ ਵਿੱਚ ਵੱਡੀ ਡਿਬੇਟ ਹੈ, ਕਿਉਂਕਿ ਸਟਰਕਚਰ ਦਾ ਕੰਪਲੀਟ ਇਰਰੈਲੇਵੈਂਟ ਹੋਣਾ ਵੀ ਠੀਕ ਹੈ ਜਾਂ ਨਹੀਂ, ਇੱਕ ਵਿਚਾਰਨ ਵਾਲਾ ਇਸ਼ੂ ਹੈ। ਦਰਅਸਲ ਸਾਨੂੰ ਜੀਵਨ ਵਿੱਚ ਹਰ ਚੀਜ਼ ਨੂੰ ਇੱਕ ਐਕਸਟ੍ਰੀਮ ਨਾਲ ਦੇਖਣ ਦੀ ਆਦਤ ਹੈ। ਰਿਲੀਜਨ ਨੂੰ ਵੀ ਅਸੀਂ ਐਕਸਟ੍ਰੀਮ ਨਾਲ ਦੇਖਦੇ ਹਾਂ, ਉਹਦੇ 'ਚ ਬੈਲੈਂਸ ਨਹੀਂ ਲੱਭਦੇ। ਤਾਂ ਗੁਰੂ ਨੇ ਚਾਰੋਂ ਦਰਵਾਜ਼ੇ ਖੋਲ੍ਹ ਦਿੱਤੇ ਸਾਰੀ ਡਾਇਰੈਕਸ਼ਨਸ ਦੇ ਵਿੱਚ, ਸਾਰੇ ਧਰਮਾਂ ਲਈ। ਗੁਰੂ ਨੇ ਕਿਹਾ ਹੈ ਧਰਮ ਦੀ ਜਿਹੜੀ ਵੰਡ ਹੈ ਇਹ ਗਲਤ ਹੈ। ਕੋਈ ਕਾਰਨ ਨਹੀਂ ਹੈ ਕਿ ਕੋਈ ਮੁਸਲਮਾਨ ਨਾਮ ਨਹੀਂ ਜਪ ਸਕਦਾ ਜਾਂ ਲੰਗਰ 'ਚ ਰੋਟੀ ਨਹੀਂ ਖਾ ਸਕਦਾ, ਚਾਹੇ ਉਹ ਜਾਤ ਹੈ ਜਾਂ ਧਰਮ ਹੈ ਜਾਂ ਰੰਗ ਹੈ, ਕਿਉਂਕਿ ਹਰ ਇੱਕ ਵਿੱਚ ਉਸ ਇੱਕ ਦੀ ਪ੍ਰੈਜ਼ੈਂਸ ਹੈ। ਆਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਸਾਹਿਬ ਇਸ ਗੱਲ ਨੂੰ ਸਾਡੇ ਲਈ ਪ੍ਰਗਟ ਕਰ ਰਹੇ ਹਨ ਅੱਜ। ਫਿਰ ਉਹਨਾਂ ਨੇ ਅਗਲੀ ਪੰਕਤੀ ਵਿੱਚ ਹਿੰਦੂ ਧਰਮ ਦੀ ਗੱਲ ਚਲਾਈ ਹੈ। ਉਹ ਕਹਿੰਦੇ ਹਨ ਕਿ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ। ਉਹ ਵੀ ਸਲਾਹੁੰਦੇ ਹਨ, ਦਰਸ਼ਨ ਨੂੰ ਸਲਾਹੁੰਦੇ ਹਨ ਔਰ ਉਹਦੇ ਰੂਪ ਦੀ ਪੂਜਾ ਕਰਦੇ ਹਨ, ਮੂਰਤੀ ਦੀ ਪੂਜਾ ਕਰਦੇ ਹਨ। ਤੀਰਥਾਂ ਵਿੱਚ ਜਾਂਦੇ ਹਨ, ਤੀਰਥ ਨਾਵਾਂ ਅਰਚਾ ਪੂਜਾ ਅਗਰਵਾਸ ਬਹਿਕਾਰ। ਤੀਰਥਾਂ ਵਿੱਚ ਜਾਂਦੇ ਹਨ, ਨਹਾਉਂਦੇ ਹਨ। 68 ਤੀਰਥ ਹਿੰਦੂ ਦੇ ਮੰਨੇ ਹਨ। ਅਰਚਾ ਸੁਗੰਧੀਆਂ, ਪੂਜਾ ਕਰਨੀ ਚੰਦਨ ਦੀ, ਅਗਰ ਦਾ ਮਤਲਬ ਚੰਦਨ, ਵਾਸ ਬਹਿਕਾਰ, ਚੰਦਨ ਦੀ ਖੁਸ਼ਬੂ ਵਿੱਚ ਪੂਜਾ ਕਰਦੇ ਹਨ, ਚੰਦਨ ਨੂੰ ਲੇਪਦੇ ਹਨ। ਇਹ ਇਹਨਾਂ ਦਾ ਮੈਥਡ ਹੈ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜੋਗੀਆਂ ਦਾ ਮੈਥਡ ਵੀ ਹੈ। ਉਹ ਸੁੰਨ ਅਵਸਥਾ ਵਿੱਚ ਧਿਆਨਦੇ ਹਨ, ਅਲਖ ਦੇ ਨਾਮ ਨੂੰ ਜਾਣਦੇ ਹਨ, ਕਰਤਾਰ ਨੂੰ ਜਾਣਦੇ ਹਨ, ਉਹਦਾ ਜਾਣਨ ਦਾ ਯਤਨ ਕਰਦੇ ਹਨ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਹਜੂਰ ਦੱਸਦੇ ਹਨ ਕਿ ਉਹਦੀ ਮੂਰਤੀ ਸੂਖਮ ਹੈ, ਨਿਰੰਕਾਰ ਦੀ, ਨਾਮ ਉਹਦਾ ਨਿਰੰਜਨ ਹੈ। ਇਹ ਜੋਗੀ ਕਹਿੰਦੇ ਹਨ। ਔਰ ਉਸ ਨੂੰ ਕਾਇਆ ਵਿੱਚ ਜਨਮ ਲੈਂਦਾ ਹੈ, ਇਹ ਵੀ ਮੰਨਦੇ ਹਨ। ਕਾਇਆ ਕਾ ਆਕਾਰ, ਕਿ ਉਹ ਕਾਇਆ ਵਿੱਚ ਵੀ ਜਨਮ ਲੈ ਲੈਂਦਾ ਹੈ। ਇਹ ਧਰਮਾਂ ਦੀ ਗੱਲ ਤਿੰਨਾਂ ਦੀ ਹਜੂਰ ਨੇ ਦੱਸੀ ਹੈ। ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ। ਹੁਣ ਇੱਕ ਚੌਥੀ ਕੈਟੇਗਰੀ ਦੀ ਗੱਲ ਸਾਹਿਬ ਚਲਾ ਰਹੇ ਹਨ। ਸਤੀਆਂ ਮਨ ਸੰਤੋਖ ਉਪਜੇ, ਜਿਹੜੇ ਅਸੀਂ ਅੱਜ ਕੱਲ੍ਹ ਬੜੀ ਕਾਮਨਲੀ ਮੰਨਦੇ ਹਾਂ, ਲੈਟ ਅਸ ਡੂ ਗੁੱਡ, ਅੱਛਾ ਕਰਦੇ ਹਾਂ, ਬਸ ਉਹੀ ਬਥੇਰਾ ਹੈ, ਮੈਂ ਜਾਣਦਾ ਹਾਂ ਚੰਗਾ ਕੀ ਹੈ। ਹਜੂਰ ਕਹਿੰਦੇ ਹਨ ਕਿ ਸਤੀਆਂ ਮਨ ਸੰਤੋਖ ਉਪਜੇ। ਉਹਨਾਂ ਦੇ ਮਨ ਵਿੱਚ ਸੰਤੋਖ, ਇੱਕ ਪ੍ਰੇਮ ਉਪਜਦਾ ਹੈ, ਜੋ ਸਤੀ ਬਣਦੇ ਹਨ, ਜੋ ਅੱਛੇ ਬਣਦੇ ਹਨ। ਔਰ ਇਹ ਅੱਛਾ ਔਰ ਮਾੜਾ ਇੱਕ ਰਿਲੇਸ਼ਨ ਨਾਲ ਬਣਦਾ ਹੈ। ਕੋਈ ਮਾੜਾ ਹੈ ਤਾਂ ਦੂਸਰਾ ਆਪਣੇ ਆਪ ਨੂੰ ਉਸ ਤੋਂ ਭੇਦ ਬਣਾ ਕੇ ਚੰਗਾ ਗਿਣਦਾ ਹੈ। ਕੰਪੀਟੀਸ਼ਨ ਇੱਥੇ ਵੀ ਚੱਲ ਰਿਹਾ ਹੈ। ਅਸੀਂ ਦੂਸਰੇ ਨੂੰ ਮਾੜਾ ਬਣਾਉਣ 'ਚ ਬੜਾ ਰਸ ਲੈਂਦੇ ਹਾਂ, ਐਸੇ ਕਰਕੇ ਕਿਉਂਕਿ ਅਸੀਂ ਚੰਗੇ ਬਣ ਜਾਂਦੇ ਹਾਂ। ਬਿਨਾਂ ਕੁਝ ਕੀਤੇ ਦੂਸਰੇ ਦੀ ਮਾੜੀ ਖਬਰ ਦੀ ਚਰਚਾ ਕਰਨੀ ਮੈਨੂੰ ਚੰਗਾ ਬਣਾ ਦਿੰਦਾ ਹੈ। ਤਾਂ ਇਹ ਗੱਲ ਹਜੂਰ ਕਹਿੰਦੇ ਹਨ ਕਿ ਸਤੀਆਂ ਮਨ ਸੰਤੋਖ ਉਪਜੇ। ਉਹਨਾਂ ਦੇ ਮਨ ਵਿੱਚ ਸੰਤੋਖ, ਇੱਕ ਸ਼ਾਂਤੀ ਉਪਜਦੀ ਹੈ। ਫਿਰ ਉਹ ਦੇਣ ਦਾ ਵਿਚਾਰ ਬਣਾਉਂਦੇ ਹਨ। ਲੋਕਾਂ ਨੂੰ ਦੇਣਾ ਚਾਹੀਦਾ ਹੈ, ਚੈਰਿਟੀ ਕਰਨੀ ਚਾਹੀਦੀ ਹੈ। ਬੜਾ ਕਾਮਨ ਜਿਹਾ ਸ਼ਬਦ ਹੈ। ਵੈਸੇ ਤਾਂ ਇਹ ਸਾਡੇ ਕੋਲ ਕ੍ਰਿਸਚੈਨਿਟੀ ਦੇ ਥਰੂ ਆਇਆ ਹੈ, ਚੈਰਿਟੀ। ਮੈਨੂੰ ਲੱਗਦਾ ਬੜਾ ਡਿਮੀਨਿੰਗ ਵਰਡ ਹੈ ਚੈਰਿਟੀ। ਮੈਂ ਦੇਣ ਵਾਲਾ ਬਣਦਾ ਹਾਂ, ਦੂਸਰੇ ਨੂੰ ਲੈਣ ਵਾਲਾ ਬਣਾ ਦਿੰਦਾ ਹਾਂ। ਇੱਕ ਤਰ੍ਹਾਂ ਦੀ ਪਨਿਸ਼ਮੈਂਟ ਹੈ।
ਇਸ ਤਰ੍ਹਾਂ ਅਸੀਂ ਭਿਖਾਰੀ ਬਣਾ ਦਿੱਤੇ ਦੁਨੀਆ 'ਚ। ਤਾਂ ਸਾਹਿਬ ਨੇ ਜਦੋਂ ਸਾਨੂੰ ਆਦੇਸ਼ ਕੀਤਾ ਹੈ ਕਿ ਪਹਿਲੇ ਕਿਰਤ ਕਰੋ, ਕਿਉਂਕਿ ਇਹ ਬੜਾ ਸਟਲ ਵੇ, ਇਹ ਚੰਗਾ ਔਰ ਮਾੜੇ ਦੀ ਖੇਡ ਵਿੱਚ ਇੱਕ ਸਟਲ ਤਰੀਕੇ ਨਾਲ ਅਸੀਂ ਚੰਗੇ ਬਣ ਜਾਂਦੇ ਹਾਂ, ਦੂਜੇ ਨੂੰ ਮਾੜਾ ਬਣਾ ਦਿੰਦੇ ਹਾਂ। ਹਜ਼ੂਰ ਕਹਿੰਦੇ ਹਨ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਫਿਰ ਦਿੰਦੇ ਤਾਂ ਹਨ, ਪਰ ਨਾਲ ਕਹਿੰਦੇ ਹਨ ਕਿ ਸਾਨੂੰ ਕਈ ਗੁਣਾ ਜ਼ਿਆਦਾ ਮਿਲਣਾ ਚਾਹੀਦਾ ਹੈ। ਸੋ ਵੈਨ ਆਈ ਗਿਵ ਐਨ ਐਕਸਪੈਕਟੇਸ਼ਨ, ਦੈਨ ਐਕਸੈਪਟੈਂਸ ਮੇਰੇ ਜੀਵਨ ਦਾ ਆਧਾਰ ਨਹੀਂ ਹੈ। ਮੈਂ ਫਿਰ ਹੰਕਾਰੀ ਜੀਵਨ ਵਿੱਚ ਹੀ ਜੀ ਰਿਹਾ ਹਾਂ। ਤਾਂ ਉਹ ਚੈਰਿਟੀ ਜਾਂ ਉਹ ਮੋਰੈਲਿਟੀ ਜਿਹੜੀ ਈਗੋ ਤੋਂ ਡਿਫਾਈਨਡ ਹੈ, ਉਹਦੇ ਵਿੱਚ ਕਿਤਨੀ ਹੀ ਸਪਿਰਿਚੁਅਲਿਟੀ ਹੋਏਗੀ। ਇਹ ਸਾਰਾ ਸਟਰਕਚਰ ਜਿਹੜਾ ਦੁਨਿਆਵੀ ਹੈ, ਇਸ ਨੇ ਇੱਕ ਤਰ੍ਹਾਂ ਨਾਲ ਧਰਮ ਨੂੰ ਕੰਟਰੋਲ ਕਰ ਲਿਆ, ਕਿ ਧਰਮ ਵੀ ਇਸ ਈਗੋ ਮਾਈਂਡ ਨੇ ਡੋਮੀਨੇਟ ਕਰ ਲਿਆ। ਔਰ ਉਸ ਦੇ ਜ਼ਰੀਏ ਬਹੁਤ ਹੀ ਮਾੜੇ ਕਰਮ ਵੀ ਕਈ ਵਾਰ ਅਸੀਂ ਜਸਟੀਫਾਈ ਕਰ ਲੈਂਦੇ ਹਾਂ। ਮਰਡਰ ਵੀ ਅਸੀਂ ਅਪਰੂਵ ਕਰ ਲੈਂਦੇ ਹਾਂ ਕਿ ਇੱਕ ਧਰਮੀ ਨੇ ਦੂਜੇ ਨੂੰ ਮਾਰਿਆ। ਮੁਸਲਮਾਨ ਔਰ ਕ੍ਰਿਸਚਨ ਧਰਮ ਦੀ ਕਈ ਹਜ਼ਾਰਾਂ ਸਾਲ ਲੜਾਈ ਹੁੰਦੀ ਰਹੀ, ਸਭ ਕੁਝ ਚੰਗਾ ਗਿਣਾ ਦਿੱਤਾ ਗਿਆ। ਉਹਦੇ ਵਿੱਚ ਕਿਤਨੀ ਸਪਿਰਿਚੁਅਲਿਟੀ ਹੈ। ਆਪਣੇ ਧਰਮ ਨੂੰ ਫੈਲਾਣਾ, ਗੋਰਿਆਂ ਬਾਰੇ ਕਿਹਾ ਜਾਂਦਾ ਸੀ ਬੜੇ ਚਿਰ ਵਾਈਟ ਮੈਨਸ ਬਰਡਨ, ਕਿ ਉਹਨੇ ਟਰਾਈਬਸ ਨੂੰ ਡੋਮੀਨੇਟ ਕੀਤਾ, ਆਪਣਾ ਕਲਚਰ ਡੋਮੀਨੇਟ ਕੀਤਾ, ਕਿ ਜੀ ਸਾਡੇ ਕੋਲ ਜੋ ਹੈ ਚੰਗਾ ਹੈ, ਅਸੀਂ ਸਾਰਿਆਂ ਨੂੰ ਸਿਖਾਉਣ ਆਏ ਹਾਂ, ਸਾਰਿਆਂ ਨੂੰ ਗਿਆਨ ਦੇਣ ਆਏ ਹਾਂ, ਚੰਗਾ ਬਣਾਉਣ ਆਏ ਹਾਂ, ਤਾਂ ਅਸੀਂ ਚੰਗੇ ਹਾਂ। ਇਹ ਈਗੋ ਮਾਈਂਡ ਦੀ ਰਿਫਲੈਕਸ਼ਨ ਹੈ। ਇਹਦੇ ਵਿੱਚ ਕਿਤਨਾ ਕੁ ਸਪਿਰਿਚੁਅਲਿਟੀ ਜਾਂ ਅਧਿਆਤਮਵਾਦ ਹੈ, ਆਤਮਾ ਦਾ ਗਿਆਨ ਹੈ। ਇਹ ਤਾਂ ਸਭ ਉਸੇ ਸਟਰਕਚਰ ਵਿੱਚ ਅਸੀਂ ਖੇਡ ਰਹੇ ਹਾਂ ਜਿਸ ਨੂੰ ਅਸੀਂ ਦੁਨੀਆ ਕਹਿੰਦੇ ਹਾਂ। ਤਾਂ ਉਹ ਕਹਿੰਦੇ ਨੇ ਫਿਰ ਸਾਨੂੰ ਮਿਲਣਾ ਚਾਹੀਦਾ ਕਈ ਗੁਣਾ, ਔਰ ਲੋਕ ਸਾਨੂੰ ਚੰਗਾ ਵੀ ਕਹਿਣ। ਦੇ ਦੇ ਮੰਗੇ ਸਹਿਸਾ ਗੁਣਾ, ਕਈ ਗੁਣਾ ਮੰਗਦੇ ਨੇ, ਔਰ ਸੋਭ ਕਰੇ ਸੰਸਾਰ, ਔਰ ਦੁਨੀਆ ਸਾਨੂੰ ਸ਼ੋਭਾ ਕਰੇ ਸਾਡੀ। ਸਾਨੂੰ ਅਵਾਰਡ ਵੀ ਮਿਲਣੇ ਚਾਹੀਦੇ ਹਨ, ਤਾੜੀਆਂ ਵੀ ਪੈਣੀਆਂ ਚਾਹੀਦੀਆਂ ਹਨ। ਕੀ ਇਹ ਧਰਮ ਹੈ? ਕੀ ਇਹ ਸਪਿਰਿਚੁਅਲਿਟੀ ਹੈ, ਅਧਿਆਤਮ ਗਿਆਨ ਹੈ? ਹੁਣ ਗੁਰੂ ਸਾਹਿਬ ਇੱਕ ਦੂਸਰੇ ਪੱਖ ਦੀ ਗੱਲ ਚਲਾਉਂਦੇ ਹਨ। ਜਿਵੇਂ ਸਤੀਆਂ ਦੀ ਗੱਲ, ਪੋਜ਼ੀਟਿਵ ਮਾਈਂਡਡ ਦੁਨੀਆ ਹੈ, ਫਿਰ ਇੱਕ ਨੈਗੇਟਿਵ ਮਾਈਂਡਡ ਦੁਨੀਆ ਹੈ, ਔਰ ਇਹਨਾਂ ਦਾ ਬੜਾ ਗਹਿਰਾ ਰਿਲੇਸ਼ਨਸ਼ਿਪ ਹੈ। ਇਸ ਕਰਕੇ ਇਹ ਨਾ ਮੰਨੀਏ ਅਸੀਂ ਕਿ ਇਹ ਉਹਨਾਂ ਤੋਂ ਬਹੁਤ ਜ਼ਿਆਦਾ ਦੂਰ ਹਨ। ਅਸੀਂ ਇਹ ਦੇਖੀਏ ਕਿ ਇਸ ਦੇ ਵਿੱਚ ਇਹਨਾਂ ਦਾ ਇੱਕ ਦੂਜੇ ਨਾਲ ਸਹਿਯੋਗ ਹੈ। ਮਾੜਿਆਂ ਔਰ ਚੰਗਿਆਂ ਨਾਲ ਆਪਸ ਦਾ ਰਿਲੇਸ਼ਨਸ਼ਿਪ ਹੈ। ਚੋਰਾਂ ਜਾਰਾਂ ਤੇ ਕੁੜਿਆਰ, ਖਰਾਬਾ ਵੇਕਾਰ, ਇਹ ਸਾਰਿਆਂ ਦੀ ਗੱਲ ਇੱਕੋ ਲਾਈਨ ਵਿੱਚ ਕਰ ਦਿੱਤੀ ਹੈ। ਚੋਰਾਂ ਦੀ ਔਰ ਜਾਰਾਂ, ਪਰ ਇਸਤਰੀ ਦੀ ਜਿਹੜੀ ਨਿਗਾਹ ਰੱਖਦੇ ਹਨ, ਝੂਠੇ ਲੋਕ, ਵਿਕਾਰੀ ਲੋਕ, ਚੋਰਾਂ ਜਾਰਾਂ ਤੇ ਕੁੜਿਆਰ, ਖਰਾਬਾ ਵੇਕਾਰ, ਇਹ ਵੀ ਇਸੇ ਦੁਨੀਆ ਵਿੱਚ ਵਿਚਰ ਰਹੇ ਹਨ। ਹਜ਼ੂਰ ਕਹਿੰਦੇ ਹਨ, ਇੱਕ ਹੁੰਦਾ ਖਾਏ ਚੱਲੇ ਐਥਾਓ। ਕੁਛ ਲੋਕ ਇਸ ਦੁਨੀਆ ਵਿੱਚ ਆਉਂਦੇ ਹਨ, ਔਰ ਕਿਸ ਕਰਕੇ ਆ ਰਹੇ ਹਨ? ਕਿਉਂਕਿ ਉਹਨਾਂ ਦੇ ਕਰਮ ਹਨ। ਕਰਮ ਹੋਣ ਕਰਕੇ ਉਹਨਾਂ ਕੋਲ ਜੀਵਨ ਹੈ। ਕੁਛ ਉਹਨਾਂ ਕੋਲ ਹੈ, ਕੁਛ ਹੁੰਦਾ ਖਾਏ ਚੱਲੇ ਐਥਾਓ। ਉਹ ਇਸ ਧਰਤੀ 'ਤੇ ਆ ਕੇ ਉਸ ਕਰਮ ਨੂੰ ਖਾ ਲੈਂਦੇ ਹਨ। ਉਹਨਾਂ ਦੀ ਕਮਾਈ ਦਾ ਜੋ ਵੀ ਉਹਨਾਂ ਕੋਲ ਹਿੱਸਾ ਹੈ ਉਹਨੂੰ ਖਰਚ ਦਿੰਦੇ ਹਨ। ਤੇ ਨਾ ਵੀ ਕਾਈ ਕਾਰ। ਹਜ਼ੂਰ ਕਹਿੰਦੇ ਹਨ, ਜੋ ਸੀ ਉਹ ਵੀ ਸਾਰਾ ਖਰਚ ਗਿਆ, ਅੱਗੇ ਵਾਸਤੇ ਕੁਝ ਕਮਾਇਆ ਨਹੀਂ। ਉਹ ਆਏ ਕਾਹਦੇ ਵਾਸਤੇ ਇੱਥੇ? ਇਹ ਬੜਾ ਕੀ ਕੁਐਸਚਨ ਹੈ ਲਾਈਫ ਦਾ, ਕਿ ਜੀਵਨ ਵਿੱਚ ਮੈਂ ਕਮਾਉਣਾ ਕੀ ਹੈ, ਮੈਂ ਕਿਵੇਂ ਇਹਦੀ ਵਰਤੋਂ ਕਰਨੀ ਹੈ ਕਿ ਇਹ ਮੀਨਿੰਗਫੁਲ ਲਾਈਫ ਹੋਏ, ਔਰ ਕਿਸ ਫੋਕਸ ਨਾਲ ਮੀਨਿੰਗਫੁਲ ਹੋਏਗਾ, ਕਿਸ ਅਟੈਂਸ਼ਨ ਨਾਲ ਮੀਨਿੰਗਫੁਲ ਹੋਏਗਾ। ਸਕਸੈਸ ਕੀ ਹੈ, ਇਹ ਕੌਣ ਡਿਫਾਈਨ ਕਰੇਗਾ? ਦੁਨੀਆ ਤੇ ਸਕਸੈਸ ਨੂੰ ਡਿਫਾਈਨ ਕਰ ਚੁੱਕੀ ਹੈ। ਪਾਵਰ ਕਿਸ ਕੋਲ ਜ਼ਿਆਦਾ ਹੈ, ਪੈਸਾ ਜਿਸ ਕੋਲ ਜ਼ਿਆਦਾ ਹੈ, ਉਹ ਸਕਸੈਸ ਹੈ। ਪਰ ਕੀ ਉਹ ਸਕਸੈਸ ਹੈ ਅਧਿਆਤਮ ਦੇ ਪੱਖ ਵਿੱਚ, ਸਪਿਰਿਚੁਅਲਿਟੀ ਦੇ ਪੱਖ 'ਚੋਂ ਕੀ ਉਹ ਸਕਸੈਸ ਹੈ? ਫਿਰ ਗੁਰੂ ਕਹਿੰਦੇ ਹਨ ਕਿ ਜਲ ਥਲ ਮਹੀਰ, ਜਲ ਥਲ ਜੀ ਪੂਰੀਆਂ। ਜਲ ਦੇ ਵਿੱਚ, ਥਲ ਦੇ ਵਿੱਚ ਕਈ ਜੀ ਹਨ। ਉਹ ਇਸ ਧਰਤੀ ਦੇ ਵਿੱਚ ਵਸਦੇ ਹਨ, ਕਈ ਲੋਕਾਂ ਦੇ ਵਿੱਚ ਰਹਿੰਦੇ ਹਨ। ਪਾਤਾਲ ਲੋਕ, ਮਾਤ ਲੋਕ, ਆਕਾਸ਼ ਲੋਕ, ਇਹ 3 ਗਿਣੇ ਗਏ ਹਨ। ਧਰਤੀ ਦੇ ਥੱਲੇ, ਧਰਤੀ ਦੇ ਉੱਪਰ ਔਰ ਆਕਾਸ਼ ਦੇ ਵਿੱਚ ਕਈ ਤਰ੍ਹਾਂ ਦੇ ਜੰਤ ਔਰ ਜੀ ਰਹਿੰਦੇ ਹਨ। ਆਕਾਰਾਂ ਆਕਾਰ, ਕਈ ਤਰ੍ਹਾਂ ਦੇ ਆਕਾਰ ਹਨ।
ਉਹ ਜੇ ਆਖੇ ਸੇ ਤੂੰ ਹੈ ਜਾਣੇ। ਉਹ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਤੂੰ ਹੀ ਜਾਣਦਾ ਹੈ। ਉਹ ਕੀ ਕਹਿ ਰਹੇ ਹਨ ਇਹ ਸਭ ਤੂੰ ਹੀ ਜਾਣਦਾ ਹੈ। ਤੇ ਨਾ ਵੀ ਤੇਰੀ ਸਾਰ, ਉਹਨਾਂ ਸਭ ਨੂੰ ਤੇਰੀ ਸਾਰ ਹੈ, ਤੇਰੀ ਸ਼ਕਤੀ ਹੈ, ਤੇਰੀ ਨਿਗਾਹ ਹੈ, ਤੇਰੀ ਕੇਅਰ ਹੈ, ਤੇਰਾ ਪ੍ਰੇਮ ਹੈ। ਇਹ ਚੋਰਾਂ 'ਤੇ ਵੀ ਹੈ, ਸਤੀਆਂ 'ਤੇ ਵੀ ਹੈ, ਸਭ ਧਰਮੀ ਕਹਾਣ ਵਾਲਿਆਂ 'ਤੇ ਵੀ ਹੈ। ਪਰ ਗੁਰੂ ਕਹਿ ਰਹੇ ਹਨ ਇਸ ਸਭ ਦੇ ਵਿੱਚ ਨਿਚੋੜ ਕਿਹਨਾਂ ਲੋਕਾਂ ਦਾ ਹੈ ਜੋ ਮੀਨਿੰਗਫੁਲ ਹਨ। ਹੂ ਆਰ ਦ ਪੀਪਲ ਹੂ ਆਰ ਸਕਸੈਸਫੁਲ, ਜਿਨ੍ਹਾਂ ਨੂੰ ਅਸੀਂ ਸਪਿਰਿਚੁਅਲੀ ਐਲੀਵੇਟਿਡ ਕਵਾਂਗੇ, ਜਾਂ ਜਿਹੜੇ ਕੁਝ ਗਿਆਨ ਰੱਖਦੇ ਹਨ ਜੀਵਨ ਬਾਰੇ। ਨਾਨਕ ਭਗਤਾਂ ਭੂਖ ਸਲਾਹਣ, ਸੱਚ ਨਾਮ ਆਧਾਰ। ਅਖੀਰਲੀ ਲਾਈਨ ਵਿੱਚ ਗੁਰੂ ਕਹਿ ਰਹੇ ਹਨ ਕਿ ਜਿਹੜੇ ਨਾਮ ਦੇ ਭੁੱਖੇ ਹਨ, ਜਿਨ੍ਹਾਂ ਨੂੰ ਭੁੱਖ ਹੈ ਤੇਰੀ ਸਲਾਹ ਵਿੱਚ, ਤੇਰੀ ਸਿਫਤ ਵਿੱਚ, ਯਾਨੀ ਕਿ ਈਗੋ ਮਾਈਂਡ ਤੋਂ ਬਿਯੋਂਡ ਜਾਣ ਦੀ ਭੁੱਖ ਹੈ, ਉਸ ਨੂੰ ਜਾਣ ਦੀ ਭੁੱਖ ਹੈ ਜੋ ਆਪਣੇ ਈਗੋ ਤੋਂ ਪਰੇ ਜਾਏ। ਜਦੋਂ ਅਸੀਂ ਨਾਮ ਦੇ ਅਭਿਆਸ ਵਿੱਚ ਉਤਰਦੇ ਹਾਂ ਤਾਂ ਮੈਂ ਗਿਰ ਜਾਂਦਾ ਹੈ। ਇਹ ਉਹਨਾਂ ਦੀ ਗੱਲ ਹਜ਼ੂਰ ਚਲਾ ਰਹੇ ਹਨ। ਨਾਨਕ ਭਗਤਾਂ ਭੂਖ ਸਲਾਹਣ, ਉਹਨਾਂ ਨੂੰ ਤੈਨੂੰ ਸਲਾਹਣ ਦੀ ਭੁੱਖ ਹੈ। ਸੱਚ ਨਾਮ ਆਧਾਰ, ਹੁਣ ਉਹਨਾਂ ਦਾ ਜੀਵਨ ਦਾ ਆਧਾਰ ਸੱਚ ਨਾਮ ਹੈ, ਯਾਨੀ ਚੇਂਜਿੰਗ ਇਵੈਂਟਸ ਆਫ ਲਾਈਫ ਉਹਨਾਂ ਦੇ ਜੀਵਨ ਦਾ ਆਧਾਰ ਨਹੀਂ ਹੈ। ਇਹ ਬੜਾ ਡਰਾਮੈਟਿਕ ਡਿਫਰੈਂਸ ਹੈ ਇਨ ਐਟੀਟਿਊਡ ਆਫ ਲਾਈਫ। ਸਾਡਾ ਜੀਵਨ ਚੇਂਜਿੰਗ ਵਰਲਡ ਦੇ ਆਧਾਰ 'ਤੇ ਹੀ ਜੀ ਰਹੇ ਹਾਂ ਅਸੀਂ। ਦੇਖਣਾ ਜੋ ਕੁਝ ਮੇਰੇ ਦਿਨੇ ਵਿੱਚ ਹੁੰਦਾ ਹੈ ਉਸ ਨਾਲ ਮੈਂ ਜੀਵਨ ਨੂੰ ਜਾਣਦਾ ਹਾਂ। ਜੋ ਮੇਰੇ ਨਾਲ ਹੋ ਰਿਹਾ ਹੈ, ਜੋ ਮੇਰੇ ਨਾਲ ਹੋ ਚੁੱਕਿਆ ਹੈ, ਜੋ ਅੱਗੇ ਹੋਏਗਾ, ਇਹਦੇ ਵਿਚਾਰ ਹੀ 'ਚ ਹੀ ਮੈਂ ਜੀਵਨ ਨੂੰ ਜਾਣਦਾ ਹਾਂ। ਪਰ ਜਿਨ੍ਹਾਂ ਦਾ ਜੀਵਨ ਨਾਮ ਦੇ ਆਧਾਰ 'ਤੇ ਹੈ ਉਹ ਇਸ ਇਵੈਂਟ ਮੈਨੇਜਮੈਂਟ ਤੋਂ ਪਰੇ ਚਲੇ ਜਾਂਦੇ ਹਨ। ਅਸੀਂ ਇਵੈਂਟਸ ਨੂੰ ਮੈਨੇਜ ਕਰ ਰਹੇ ਹਾਂ, ਜੀਵਨ ਇਵੈਂਟ ਬਣ ਗਿਆ ਹੈ ਸਾਡਾ। ਜਨਮ ਹੋਇਆ, ਬਚਪਨ ਨਿਕਲਿਆ, ਐਜੂਕੇਸ਼ਨ ਮੈਨੇਜ ਕੀਤੀ, ਵਿਆਹ ਹੋਇਆ, ਫਿਰ ਕਾਰੋਬਾਰ ਮੈਨੇਜ ਕੀਤਾ, ਰਿਲੇਸ਼ਨਸ਼ਿਪਸ ਮੈਨੇਜ ਹੋਈਆਂ ਜਾਂ ਨਹੀਂ ਵੀ ਮੈਨੇਜ ਹੋਈਆਂ। ਮੈਨੇਜ ਜਾਂ ਮਿਸਮੈਨੇਜ ਗੱਲ ਤਾਂ ਇੱਕੋ ਹੀ ਹੈ। ਅਸੀਂ ਉਸੇ ਨੂੰ ਜੀਵਨ ਜਾਣਦੇ ਹਾਂ ਔਰ ਉਸ ਤੋਂ ਆਪਣੇ ਆਪ ਨੂੰ ਡਿਫਾਈਨ ਕਰਦੇ ਹਾਂ ਕਿ ਮੈਂ ਇਸ ਤਰ੍ਹਾਂ ਦਾ ਹਾਂ, ਚਾਹੇ ਉਹ ਸਤੀ ਹਾਂ, ਚੰਗਾ ਹਾਂ, ਜਾਂ ਫਿਰ ਚੋਰਾਂ ਜਾਰਾਂ ਦੀ ਕੈਟੇਗਰੀ ਵਿੱਚ ਵੀ ਆਉਂਦਾ ਹਾਂ। ਵੈਸੇ ਤਾਂ ਚੇਂਜਿੰਗ ਮਾਈਂਡ ਇਹ ਸਾਰੀ ਫੇਜ਼ਜ਼ 'ਚੋਂ ਨਿਕਲਦਾ ਹੈ। ਸਤੀ ਵੀ ਬਣ ਜਾਂਦਾ ਹੈ, ਚੋਰ ਵੀ ਬਣ ਜਾਂਦਾ ਹੈ, ਕਿਉਂਕਿ ਉਹਦੇ ਫਲੋ ਵਿੱਚ ਇੱਕ ਬੈਗੇਜ ਚੱਲ ਰਿਹਾ ਹੈ ਪਿੱਛੋਂ। ਕੁਝ ਉਹਨੂੰ ਡੋਮੀਨੇਟ ਕਰਦਾ ਹੈ, ਕੁਝ ਸਾਡੀ ਇਨਵਾਇਰਨਮੈਂਟ ਡੋਮੀਨੇਟ ਕਰਦੀ ਹੈ। ਤਾਂ ਅਸੀਂ ਕਿਸ ਇਨਫਲੂਐਂਸ ਵਿੱਚ ਆ ਕੇ ਕੀ ਕਰ ਜਾਂਦੇ ਹਾਂ ਕਈ ਵਾਰੀ ਸਾਨੂੰ ਆਪ ਨਹੀਂ ਗਿਆਨ ਹੈ। ਪਰ ਗੁਰੂ ਕਹਿ ਰਹੇ ਹਨ ਕਿ ਜੀਵਨ ਦੀ ਫਾਊਂਡੇਸ਼ਨ ਇਹ ਚੇਂਜਿੰਗ ਵਰਲਡ ਤੋਂ ਪਰੇ ਨਾਮ ਹੈ। ਮੈਂ ਇੱਕ ਪ੍ਰੇਮ ਵਿੱਚ ਉਤਰਦਾ ਹਾਂ ਨਾਮ ਦੇ। ਮੈਂ ਇੱਕ ਹੋਰ ਤਰ੍ਹਾਂ ਦੇ ਜੀਵਨ ਨੂੰ ਜਾਣਦਾ ਹਾਂ ਜਿੱਥੇ ਇੱਕ ਆਨੰਦ ਹੈ। ਔਰ ਗੁਰੂ ਨੇ ਉਸ ਗੱਲ ਨੂੰ ਛੇੜ ਦਿੱਤਾ ਹੈ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਨਾਮ ਨੂੰ ਆਧਾਰ ਬਣਾ ਕੇ ਜੀਵਨ ਬਣਾਇਆ, ਉਹਨਾਂ ਦੇ ਜੀਵਨ ਵਿੱਚ ਇੱਕ ਆਨੰਦ ਉਤਰ ਗਿਆ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਉਹਨਾਂ ਦਾ ਜੀਵਨ ਆਨੰਦਿਤ ਹੋ ਚੁੱਕਿਆ ਹੈ। ਥੋੜ੍ਹੀ ਜਿਹੀ ਐਟਮੋਲੋਜੀ, ਵਰਡ ਸਾਇੰਸ ਨੂੰ ਦੇਖੀਏ ਤਾਂ ਆਨੰਦ ਇੱਕ ਐਬਸੋਲੂਟ ਵਰਡ ਹੈ, ਇਹਦਾ ਕੋਈ ਆਪੋਜ਼ਿਟ ਨਹੀਂ ਹੈ। ਸੁੱਖ ਦਾ ਦੁੱਖ ਆਪੋਜ਼ਿਟ ਹੈ, ਤਾਂ ਇਹ ਐਬਸੋਲੂਟ ਹੈ ਆਨੰਦ। ਅਨਕੰਡੀਸ਼ਨਲ ਹੈਪੀਨੈਸ ਨੂੰ ਆਨੰਦ ਡਿਫਾਈਨ ਕੀਤਾ ਜਾ ਸਕਦਾ ਹੈ। ਉਹ ਸੁੱਖ ਜਿਹਦੀ ਕੋਈ ਕੰਡੀਸ਼ਨ ਨਹੀਂ ਹੈ, ਕੇਵਲ ਇੱਕੋ ਕੰਡੀਸ਼ਨ ਹੈ ਕਿ ਗੁਰੂ ਨੂੰ ਮਿਲ ਲਈਏ। ਔਰ ਉਹ ਅਗਲੀ ਪੌੜੀ ਵਿੱਚ ਸਾਹਿਬ ਉਹਨੂੰ ਵੀ ਡਿਸਕਸ ਕਰਨਗੇ। ਆਨੰਦ ਉਹਨਾਂ ਦੇ ਨਾਲ ਵਸਦਾ ਹੈ ਜੋ ਨਾਮ ਵੱਲ ਮੁੱਖ ਕਰਕੇ ਜੀਵਨ ਜੀਂਦੇ ਹਨ। ਉਹ ਮੁਸਲਮਾਨ ਹੋਣ, ਹਿੰਦੂ ਹੋਣ, ਸਤੀ ਹੋਣ ਜਾਂ ਹੋਰ ਕਿਸੇ ਕੈਟੇਗਰੀ ਵਿੱਚ ਹੋਣ, ਇੱਕ ਕਾਮਨਨੈਸ ਜੀਵਨ ਦੀ ਹੈ। ਜਦੋਂ ਨਾਮ ਆਧਾਰ ਬਣਾ ਕੇ ਜੀਵਨ ਜੀਵਾਂਗੇ, ਜਦੋਂ ਨਾਮ ਨੂੰ ਆਧਾਰ ਬਣਾ ਕੇ ਜੀਵਨ ਵਿੱਚ ਉਤਰਾਂਗੇ, ਤਾਂ ਇਸ ਆਨੰਦ ਦੀ ਚਾਬੀ ਸਾਨੂੰ ਮਿਲ ਸਕਦੀ ਹੈ ਸਦਾ ਲਈ। ਇੱਕ ਕੁਆਲਿਟੇਟਿਵ ਡਿਫਰੈਂਸ ਹੈ, ਸਪਿਰਿਚੁਅਲ ਨੇਚਰ ਹੈ। ਆਤਮਾ ਡਿਫਾਈਨ ਹੋ ਰਹੀ ਹੈ। ਆਤਮ ਦਾ ਰਸ ਕੀ ਹੈ? ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਔਰ ਉਹ ਉਹਨਾਂ ਦੇ ਪੈਰ ਦੀ ਧੂੜ ਮੰਗਦੇ ਹਨ ਜੋ ਗੁਣੀ ਹਨ, ਜੋ ਸੰਤ ਪੁਰਸ਼ ਹਨ। ਉਹ ਨੀਵਾਂ ਰੱਖਦੇ ਹਨ ਆਪਣੇ ਆਪ ਨੂੰ, ਛਿਪਾ ਕੇ ਰੱਖਦੇ ਹਨ ਆਪ ਨੂੰ। ਗੁਰੂ ਇੱਥੇ ਮੈਨੂੰ ਲੱਗਦਾ ਹੈ ਆਤਮਾ ਔਰ
ਆਤਮ ਗਿਆਨ ਔਰ ਸਪਿਰਿਚੁਅਲਿਟੀ ਨੂੰ ਡਿਫਾਈਨ ਕਰ ਰਹੇ ਹਨ। ਮੈਂ ਸ਼ਰੀਆ ਦੇ ਵਿੱਚ ਮੁਸਲਮਾਨ ਹੋ ਸਕਦਾ ਹਾਂ, ਜ਼ਰੂਰੀ ਨਹੀਂ ਮੈਨੂੰ ਆਨੰਦ ਆ ਰਿਹਾ ਹੈ ਜੀਵਨ ਵਿੱਚ। ਮੈਂ ਹਿੰਦੂ ਹੋ ਸਕਦਾ ਹਾਂ, ਜ਼ਰੂਰੀ ਨਹੀਂ ਮੈਨੂੰ ਆਨੰਦ ਆ ਰਿਹਾ ਹੈ ਜੀਵਨ ਵਿੱਚ। ਜਾਂ ਮੈਂ ਯੋਗੀ ਵੀ ਹੋ ਸਕਦਾ ਹਾਂ, ਜਾਂ ਮੈਂ ਸਿੱਖ ਵੀ ਹੋ ਸਕਦਾ ਹਾਂ। ਇਹ ਜ਼ਰੂਰੀ ਨਹੀਂ ਕਿ ਨਾਮ ਮੇਰੇ ਜੀਵਨ ਦਾ ਆਧਾਰ ਹੈ। ਔਰ ਮੈਂ ਇਹਨਾਂ ਤੋਂ ਹਟ ਕੇ ਕਿਸੇ ਕੈਟੇਗਰੀ ਵਿੱਚ ਹੋਵਾਂ। ਭਗਤ ਮੈਂ ਤਾਂ ਹੋਵਾਂਗਾ ਉਹਦਾ ਜਦੋਂ ਮੇਰੇ ਜੀਵਨ ਦਾ ਨਾਮ ਆਧਾਰ, ਜੀਵਨ ਦਾ ਆਧਾਰ, ਫਾਊਂਡੇਸ਼ਨ ਨਾਮ ਹੋਏਗੀ, ਇਵੈਂਟ ਮੈਨੇਜਮੈਂਟ ਨਹੀਂ ਹੋਏਗੀ। ਜਿਹੜਾ ਸਾਡਾ ਜੀਵਨ ਹੈ ਇਵੈਂਟਸ 'ਚੋਂ ਨਿਕਲੇ ਅਸੀਂ, ਲੱਖਾਂ ਹੀ ਹਜ਼ਾਰਾਂ ਹੈਪਨਿੰਗਸ ਔਰ ਇਵੈਂਟਸ 'ਚੋਂ ਨਿਕਲ ਕੇ ਜੀਵਨ ਕੰਪਲੀਟ ਹੋ ਗਿਆ। ਕਿਹੜਾ ਇਵੈਂਟ ਸਾਡੇ ਨਾਲ ਗਿਆ, ਕਿਹੜੀ ਚੀਜ਼ ਨਾਲ ਜਾ ਰਹੀ ਹੈ? ਗੁਰੂ ਉਹ ਵੀ ਬਾਣੀ ਵਿੱਚ ਸਾਨੂੰ ਦੱਸਦੇ ਹਨ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਹੋਰ ਕੁਛ ਮੇਰੇ ਨਾਲ ਨਹੀਂ ਜਾਏਗਾ, ਨਾਮ ਜਾਏਗਾ। ਜੇ ਮੈਂ ਨਾਮ ਨੂੰ ਨਹੀਂ ਜਾਣਿਆ ਤਾਂ ਚੇਂਜਿੰਗ ਇਵੈਂਟਸ ਵਿੱਚ ਹੀ ਚੱਲਦਾ ਰਵਾਂਗਾ, ਬਹਿੰਦਾ ਹੀ ਰਵਾਂਗਾ। ਲਾਟੂ ਮਦਾਣੀਆਂ ਅਨਗਾ, ਪੰਖੀ ਪਾਉਂਦਿਆਂ ਲੈਣ ਨਾ ਸਾ। ਸਭ ਜਨਤਾ ਨੂੰ ਸੂਏ ਵਿੱਚ ਚੜਾ ਕੇ ਘੁਮਾ ਦਿੱਤਾ ਹੈ ਦੁਨੀਆ ਨੇ। ਅਸੀਂ ਵੀ ਘੁੰਮ ਰਹੇ ਹਾਂ, ਇਵੈਂਟਸ 'ਚੋਂ ਨਿਕਲ ਰਹੇ ਹਾਂ, ਇੱਕ 'ਚੋਂ ਦੂਜਾ, ਦੂਜੇ 'ਚੋਂ ਤੀਜਾ, ਤੀਜੇ 'ਚੋਂ ਚੌਥਾ। ਪਰ ਇਹਦੇ 'ਚ ਜੀਵਨ ਕੀ ਹੈ? ਔਰ ਇਮੋਸ਼ਨਸ ਵੀ ਸਾਡੀ ਵਹਿ ਰਹੀਆਂ ਹਨ। ਸੁੱਖ ਹੈ, ਦੁੱਖ ਹੈ, ਐਂਗਰ ਹੈ, ਫਰਸਟ੍ਰੇਸ਼ਨ ਹੈ, ਹੈਪੀਨੈਸ ਹੈ, ਜੋਏ ਹੈ। ਸਭ ਕੁਛ ਇਹਦੇ ਵਿੱਚ ਇੱਕ ਮਿਲਗੋਦਾ ਜਿਹਾ ਬਣ ਕੇ ਸਾਡੇ ਵਿੱਚ ਬਹਿੰਦਾ ਰਹਿੰਦਾ ਹੈ। ਪਰ ਇੱਥੇ ਥਿਰ ਕੀ ਹੈ? ਸਦਾ ਆਨੰਦ ਰਹੇ ਦਿਨ ਰਾਤੀ। ਹਜ਼ੂਰ ਨੇ ਇੱਕ ਡਾਇਮੈਂਸ਼ਨ ਖੋਲੀ ਹੈ ਜੀਵਨ ਦੀ, ਜਿਹੜੀ ਸਟਰਕਚਰਡ ਲਾਈਫ ਤੋਂ ਪਰੇ ਹੈ। ਗੁਣਵੰਤਿਆਂ ਪਾਛਾਰ। ਮਹਾਰਾਜ ਹੁਣ ਅੱਗੇ ਸਾਨੂੰ ਐਸੇ ਗੱਲ ਨੂੰ ਅੱਗੇ ਵਧਾ ਰਹੇ ਹਨ ਕਿ ਇਹਨਾਂ ਸਟਰਕਚਰਸ ਔਰ ਸ਼ਰੀਆ ਔਰ ਡਿਫਰੈਂਟ ਰੂਲਸ ਦੇ ਵਿੱਚ ਕਈ ਚੀਜ਼ਾਂ ਡਿਫਾਈਨ ਹੁੰਦੀਆਂ ਹਨ, ਔਰ ਉਹ ਦਰਅਸਲ ਹਰ ਇੱਕ ਚੀਜ਼ ਸਪਿਰਿਚੁਅਲ ਨਹੀਂ, ਉਹਦੇ ਵਿੱਚ ਕਈ ਚੀਜ਼ਾਂ ਕਲਚਰਲ ਹਨ। ਜਿਵੇਂ ਇਨਸਾਨ ਨੂੰ ਕਿਵੇਂ ਜਲਾਇਆ ਜਾਏ, ਜਾਂ ਉਹਦੇ ਨਾਲ ਜਦੋਂ ਦੇਹ ਖਤਮ ਹੋਏ, ਜਦੋਂ ਦੇਹ ਪੂਰੀ ਹੋ ਜਾਏ, ਜਦੋਂ ਵੱਡਾ ਹੋਆ ਦੁਨੀਦਾਰ, ਤਾਂ ਉਹਦੇ ਨਾਲ ਕੀ ਕੀਤਾ ਜਾਏ, ਇਹਦੇ ਨਾਲ ਸਪਿਰਿਚੁਅਲਿਟੀ ਦਾ ਕੀ ਰਿਲੇਸ਼ਨਸ਼ਿਪ ਹੈ। ਮੈਂ ਇੱਕ ਰੂਲ ਮੁਸਲਮਾਨ ਧਰਮ ਦਾ ਗੁਰੂ ਸਾਹਿਬ ਸਮਝਾ ਰਹੇ ਹਨ। ਉਹ ਮੰਨਦੇ ਹਨ ਕਿ ਜਿਹੜੇ ਇਸ ਸ਼ਰੀਆ ਦੇ ਥਰੂ ਜੀਂਦੇ ਹਨ ਉਹ ਤਾਂ ਧਰਮੀ ਹਨ, ਉਹ ਬੰਦੇ ਹਨ, ਔਰ ਜਿਹੜੇ ਇਸ ਸ਼ਰੀਆ ਤੋਂ ਬਾਹਰ ਹਨ ਉਹ ਕਾਫਿਰ ਹਨ। ਤਾਂ ਉੱਥੇ ਇੱਕ ਡਿਫਾਈਨ ਕੀਤੀ ਹੈ ਰੋਲ ਕਿ ਮੁਸਲਮਾਨ ਨੂੰ ਦਬਾਇਆ ਜਾਏਗਾ, ਔਰ ਅਗਰ ਉਹਨੂੰ ਦਬਾਇਆ ਜਾਏਗਾ ਤਾਂ ਹੀ ਉਹ ਉਸ ਦੀ ਦਰਗਾਹ ਵਿੱਚ ਜਾਣ ਜੋਗਾ ਹੋਏਗਾ, ਕਿਉਂਕਿ ਕਿਆਮਤ ਦੀ ਉਡੀਕ ਵਿੱਚ ਬੈਠੇਗਾ। ਇਹ ਜਿਤਨੀ ਸੂਫੀ ਦਰਗਾਹਾਂ ਨੇ, ਇਹਨਾਂ ਦੇ ਪਿੱਛੇ ਇੱਕ ਥਾਟ ਹੈ, ਇੱਕ ਥਿੰਕਿੰਗ ਹੈ ਕਿ ਸੂਫੀ ਦਰਗਾਹ ਦੇ ਵਿੱਚ ਬੈਠ ਕੇ ਉਡੀਕ ਰਿਹਾ ਕਿਆਮਤ ਨੂੰ। ਵੈਸੇ ਤਾਂ ਇਹ ਕੁਰਾਨ ਵਿੱਚ ਵਰਜਿਤ ਹੈ, ਪਰ ਸੂਫੀਆਂ ਨੇ ਕਾਫੀ ਬੰਦਿਸ਼ਾਂ ਕੁਰਾਨ ਦੀਆਂ ਤੋੜੀਆਂ ਹਨ, ਕਿਉਂਕਿ ਉਹ ਸਪਿਰਿਚੁਅਲ ਬੀਇੰਗਸ ਨੇ, ਉਹਨਾਂ ਦੀ ਇਨਕਲੀਨੇਸ਼ਨ ਸਪਿਰਿਚੁਅਲਿਟੀ ਵੱਲ ਹੈ। ਅਤੇ ਸਾਨੂੰ ਕਈ ਚੀਜ਼ਾਂ ਮਿਲਣਗੀਆਂ ਜਿਹੜੀ ਕੌਨਫਲਿਕਟ ਵਿੱਚ ਆ ਜਾਂਦੀਆਂ ਹਨ ਕੁਰਾਨ ਦੇ ਨਾਲ। ਦਰਗਾਹ ਨੂੰ ਪੂਜਣਾ ਕੁਰਾਨ ਵਿੱਚ ਨਹੀਂ ਮੰਨਿਆ ਹੈ, ਪਰ ਸੂਫੀ ਦਰਗਾਹਾਂ ਮੰਨੀਆਂ ਜਾਂਦੀਆਂ ਹਨ। ਨਿਜ਼ਾਮੁਦੀਨ ਔਲੀਆ ਇੱਥੇ ਸਾਡੇ ਨੇੜੇ, ਨਿਜ਼ਾਮੁਦੀਨ ਦਿੱਲੀ ਹੈ, ਦਰਗਾਹ ਅਜਮੇਰ ਸ਼ਰੀਫ, ਇਹ ਚਿਸ਼ਤੀ ਆਰਡਰ ਬਾਬਰ ਦੇ ਨਾਲ ਆਇਆ ਹੈ। ਇੱਕ ਸੂਫੀ, ਅਸੀਂ ਪਹਿਲੇ ਗੱਲ ਵਿਚਾਰੀ ਸੀ ਸ਼ੇਖ ਸਾਦੀ, ਔਰ ਉਹਦੀ ਇੱਕ ਬੜੀ ਪਿਆਰੀ ਗੱਲ ਹੈ ਜਿਹੜੀ UN ਦੇ ਵਿੱਚ ਲੱਗੀ ਹੈ, UN ਦੀ ਬਿਲਡਿੰਗ ਦੇ ਵਿੱਚ ਲੱਗੀ ਹੈ। ਪਹਿਲੇ ਅਸੀਂ ਉਹਦੀ ਗੱਲ ਕਰ ਚੁੱਕੇ ਹਾਂ। ਬਾਨੀ ਆਦਮ ਦੇ ਲੋਕ, ਬੱਚੇ, ਆਦਮ ਦੇ ਬੱਚੇ। ਬਾਨੀ ਆਦਮ ਅਜ਼ਾਏ ਯਕ ਦਿਗਰੰਦ, ਕਹਿਦਰ ਐਫਰੀਨੇਸ਼ ਜ਼ੈਯਕ ਗੁਹਾਰੰਦ, ਦ ਸਨਸ ਆਫ ਐਡਮ ਆਰ ਲਿੰਬਸ ਆਫ ਈਚ ਅਦਰ। ਸਭ ਜੁੜੇ ਹੋਏ ਹਾਂ ਅਸੀਂ, ਹੈਵਿੰਗ ਬੀਨ ਕ੍ਰੀਏਟਿਡ ਆਫ ਵਨ ਐਸੈਂਸ, ਇੱਕ ਓਂਕਾਰ। ਜੋ ਆਜ਼ਵੀ ਬੇਦਾਰ ਆਵਰਦ ਰੋਜ਼ਿਗਾਰ, ਦਿਗਰ ਅਜ਼ਵਿਨ ਅਜ਼ਵਾਹਾ ਰਾ ਨਾਮਨੰਦ ਕਰਾਰ। When the calamity of time affects one limb, then other limbs cannot remain at rest. ਜਦੋਂ ਇਸ ਸ੍ਰਿਸ਼ਟੀ ਵਿੱਚ ਇੱਕ ਹਿੱਸਾ ਦਰਦ ਵਿੱਚ ਆਏਗਾ ਤਾਂ ਸਭ ਨੂੰ ਉਹ ਦਰਦ ਪਹੁੰਚੇਗਾ। ਦੇਖੋ ਸੋਚਣ ਦਾ ਤਰੀਕਾ, ਗਿਆਨ ਦੁਨੀਆ ਬਾਰੇ। ਸ਼ੇਖ ਸਾਦੀ ਔਰ ਸ਼ਿਰਾਜ਼ੀ ਬੜਾ ਪਿਆਰਾ ਸੂਫੀ ਸੰਤ ਹੈ। ਤੋ ਗਜ਼ ਮਿਹਨਤੇ ਦਿਗਰਨ ਬਿਗਾਮੀ, ਨਾ ਸ਼ਾਇਦ ਕੇ ਨਾਮਤ,
नाहंद आदमी। If you have no sympathy for the troubles of others, you are unworthy to be called by the name of human। क्या बात है। एक ओमकार। अपने दर्द तो दूसरे दे दर्द नूं नहीं जानिया ਤਾਂ ਇਨਸਾਨ ਨਹੀਂ ਹੈ। ਪ੍ਰੇਮ ਨੂੰ ਜਾਣੇਗਾ ਤਾਂ ਹੀ ਇਨਸਾਨ ਬਣੇਗਾ। ਹਜੂਰ ਕਹਿ ਰਹੇ ਹਨ ਗੱਲ ਕਿ ਇਹ ਸੇਵਾ ਵੀ ਪ੍ਰੇਮ ਵਿੱਚ ਹੀ ਹੋ ਸਕਦੀ ਹੈ ਮਹਾਰਾਜ। ਜਦ ਪ੍ਰੇਮ ਨਹੀਂ ਹੈ ਤਾਂ ਸੇਵਾ ਨਹੀਂ ਹੈ। ਫਿਰ ਉਹ ਸਤੀਆਂ ਦੀ ਗੱਲ ਚੱਲ ਪਈ, ਦੇ ਸਹਿਸਾ ਗੁਣਾ। ਮੇਰੀ ਈਗੋ ਹੀ ਵਧੇਗੀ, ਹੋਰ ਕੁਛ ਨਹੀਂ ਹੋਏਗਾ। ਸੇਵ ਕਰਤ ਹੋਵੇ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸ਼ੇਖ ਸਾਦੀ ਬਹੁਤ ਗਿਆਨ ਆਤਮ ਦਾ ਜਿਸ ਨੂੰ ਹੋ ਜਾਂਦਾ ਹੈ ਤਾਂ ਇੱਕੋ ਹੀ ਗਿਆਨ ਹੈ, ਫਿਰ ਉਹਦੇ 'ਚ ਵੰਡ ਨਹੀਂ ਹੈ ਕੋਈ। ਇਸ ਆਨੰਦ ਨੂੰ ਪ੍ਰਾਪਤ ਕਰ ਲਿਆ ਕਿਸੇ ਨੇ ਤਾਂ ਜਿਹੜਾ ਅਗਲਾ ਕਰੇਗਾ ਉਸ ਨੂੰ ਘੱਟ ਨਹੀਂ ਮਿਲੇਗਾ, ਬਰਾਬਰ ਦਾ ਸਭ ਨੂੰ ਮਿਲਦਾ ਹੈ। ਉੱਥੇ ਕੋਈ ਘਾਟ ਨਹੀਂ ਹੈ ਸਪਿਰਿਚੁਅਲਿਟੀ ਦੇ ਵਿੱਚ, ਕੋਈ ਰਿਸੋਰਸ ਦਾ ਕੰਪੀਟੀਸ਼ਨ ਨਹੀਂ ਹੈ। ਜਿਸ ਨੂੰ ਗੁਰਪ੍ਰਸਾਦ ਵਰਤ ਗਿਆ ਉਹ ਸਭ ਇੱਕ ਦਾ ਹਿੱਸਾ ਹੋ ਗਿਆ। ਗੁਰੂ ਨਾਨਕ ਸਾਹਿਬ ਐਸੇ ਗੱਲ ਨੂੰ ਤਾਂ ਛੇੜ ਰਹੇ ਹਨ ਮਹਾਰਾਜ ਕਿ ਸਭ ਦੁਨੀਆ ਇੱਕ ਹੈ ਮਹਾਰਾਜ। ਇਹਨੂੰ ਧਰਮਾਂ ਵਿੱਚ ਨਾ ਵੰਡੋ, ਇਹਨੂੰ ਪ੍ਰੇਮ ਵਿੱਚ ਇੱਕ ਕਰ ਦਿਓ। ਇਹ ਗੱਲ ਜਿਹੜੀ ਚੱਲੀ ਹੈ ਹਜੂਰ ਦੀ, ਇਹ ਹੁਣ ਉਸੇ ਧਰਮ ਦਾ ਇਸ਼ਾਰਾ ਹੈ। ਹੁਣ ਸਮਝਾ ਰਹੇ ਹਨ ਮਹਾਰਾਜ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਏ ਕੁਮਿਆਰ। ਇਹ ਜਿਹੜੀ ਮੁਸਲਮਾਨ ਦੀ ਮਿੱਟੀ ਜਦੋਂ ਦਬਦਾਇਆ ਜਾਂਦਾ ਹੈ ਤੇ ਕੁਮਾਰ ਜਿਹੜਾ ਹੈ ਕੜਾ ਬਣਾਉਂਦਾ ਹੈ, ਜਿਹੜਾ ਕੁਮਾਰ ਹੈ ਉਸ ਮਿੱਟੀ ਨੂੰ ਵਰਤਦਾ ਕਿਉਂਕਿ ਚਿਕਨੀ ਮੰਨੀ ਜਾਂਦੀ ਹੈ। ਇਟਸ ਸਪੋਜ਼ ਟੂ ਬੀ ਬੈਸਟ ਫॉर ਪੋਟਰੀ। ਅਤੇ ਉਹ ਪੋਟਰ ਉੱਥੇ ਉਹਦੀ ਮਿੱਟੀ ਨੂੰ ਲੈ ਕੇ ਭਾਂਡੇ ਬਣਾਉਂਦਾ ਹੈ, ਇੱਟਾਂ ਬਣਾਉਂਦਾ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਤਾਂ ਉਹਦੇ ਪੇੜੇ ਬਣਾਉਂਦਾ ਗੋਲ ਕੁਮਾਰ, ਕਿਉਂਕਿ ਉਸ ਨੂੰ ਚੰਗਾ ਗਿਣਦਾ ਹੈ। ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਫਿਰ ਉਹਦੇ ਭਾਂਡੇ ਬਣਾਉਂਦਾ ਹੈ, ਉਸ ਨੂੰ ਇੱਟਾਂ ਬਣਾਉਂਦਾ ਹੈ, ਫਿਰ ਭੱਠੀ ਵਿੱਚ ਰੱਖ ਕੇ ਜਲਾਉਂਦਾ ਹੈ ਅਤੇ ਉਹਨਾਂ ਨੂੰ ਹਾਰਡ ਕਰਦਾ ਹੈ। ਇਹ ਉਹ ਗੱਲ ਸਾਹਿਬ ਦੱਸ ਰਹੇ ਹਨ ਕਿ ਭਾਈ ਕਿਉਂਕਿ ਤੁਸੀਂ ਦਫਨਾਏ ਗਏ ਹੋ ਤਾਂ ਇਹਦਾ ਇਹ ਅਰਥ ਕਿਸ ਤਰ੍ਹਾਂ ਨਿਕਲ ਸਕਦਾ ਹੈ ਕਿ ਕਿਉਂਕਿ ਮੈਂ ਦਫਨ ਹੋਵਾਂਗਾ ਤਾਂ ਮੈਂ ਸਪਿਰਿਚੁਅਲ ਹੋ ਗਿਆ। ਇਹਦੀ ਕੰਟਰੋਲ ਹੈ ਹੀ ਨਹੀਂ ਇਸ ਸਬਜੈਕਟ ਦੀ, ਇਸ ਪਾਸੇ ਜਿੱਥੇ ਅਸੀਂ ਕਰ ਰਹੇ ਹਾਂ। ਅਤੇ ਇਸ ਸਟਰਕਚਰ ਵਿੱਚ ਕਈ ਫਲॉज ਆ ਜਾਂਦੇ ਹਨ ਕਲਚਰਲੀ, ਜਿਹੜੇ ਅਵੋਇਡ ਨਹੀਂ ਹੁੰਦੇ, ਪਰ ਅਸੀਂ ਉਹਦੇ ਬਿਯੋਂਡ ਜਾ ਕੇ ਧਰਮੀ ਬਣ ਸਕਦੇ ਹਾਂ। ਜਲ ਜਲ ਰੋਵੇ ਬਪੁੜੀ ਚੜ ਚੜ ਪਵੇ ਅੰਗਿਆਰ। ਉਹ ਜਿਹੜੀ ਮਿੱਟੀ ਹੈ, ਵਿਚਾਰੀ ਮਿੱਟੀ ਹੈ, ਉਹ ਜਲਦੀ ਹੈ। ਇਹ ਹੁਣ ਇੱਕ ਐਲੀਗਰੀ ਹੈ, ਇੱਕ ਜਿਹੜੇ ਗੁਰੂ ਕਹਿ ਰਹੇ ਹਨ ਕਿ ਉਹ ਮਿੱਟੀ ਜਲਦੀ ਪਈ ਹੈ, ਉਹ ਪੁਕਾਰਦੀ ਪਈ ਹੈ, ਔਰ ਅੰਗਿਆਰ ਦੇ ਅੰਦਰ ਉਹ ਚੜ੍ਹਦੀ ਜਾ ਰਹੀ ਹੈ ਔਰ ਉਹ ਰੋਂਦੀ ਹੈ। ਉਸ ਦਾ ਕੋਈ ਉਸ ਭੱਠੀ ਦੇ ਵਿੱਚ ਪੈ ਕੇ ਕੋਈ ਉਹਦਾ ਸੁੱਖ ਨਹੀਂ ਉਹਨੂੰ ਮਿਲ ਰਿਹਾ ਅਤੇ ਚੜ੍ਹਦੀ ਵੀ ਪਈ ਹੈ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਜਿਸ ਕਾਰਨ ਕਰਕੇ ਇਸ ਜਨ ਨੂੰ ਦਫਨਾਇਆ ਗਿਆ ਉਸਨੇ ਜੀਵਨ ਵਿੱਚ ਕੀ ਕੀਤਾ, ਕਿਸ ਕਾਰਨ ਕਰਕੇ ਉਹ ਮਰਿਆ, ਕੀ ਉਹਦੇ ਕਾਰਨ ਹਨ ਜਿਸ ਕਰਕੇ ਅੱਜ ਉਹ ਕਿੱਥੇ ਹੈ, ਇਹ ਕਰਤਾਰ ਜਾਣਦਾ ਹੈ। ਪਰ ਇਹ ਜਿਹੜੇ ਇਵੈਂਟਸ ਹਨ ਇਹ ਸਪਿਰਿਚੁਅਲਿਟੀ ਨੂੰ ਡਿਫਾਈਨ ਨਹੀਂ ਕਰਦੇ। ਕਿਉਂਕਿ ਅਸੀਂ ਦਫਨਾ ਰਹੇ ਹਾਂ ਤਾਂ ਅਸੀਂ ਨਰਕ ਵਿੱਚ ਜਾਵਾਂਗੇ, ਨਰਕ ਵਿੱਚ ਨਹੀਂ ਜਾਵਾਂਗੇ। ਕਿਉਂਕਿ ਜਲਾ ਰਹੇ ਹਾਂ ਤਾਂ ਨਰਕ ਵਿੱਚ ਨਹੀਂ ਜਾਵਾਂਗੇ। ਇਹਨਾਂ ਚੀਜ਼ਾਂ ਨਾਲ ਰਿਲੇਸ਼ਨ ਨਹੀਂ ਹੈ। ਮੁਸਲਮਾਨ ਧਰਮ ਉਸ ਇਲਾਕੇ 'ਚ ਬਣਿਆ ਜਿੱਥੇ ਪੇੜ ਹੀ ਨਹੀਂ ਸਨ ਤਾਂ ਦਫਨਾਉਣਾ ਲਾਜ਼ਮੀ ਸੀ। ਇੱਕ ਕਲਚਰਲ ਐਸਪੈਕਟ ਹੈ, ਪਰ ਸਪਿਰਿਚੁਅਲਿਟੀ ਨਾਲ ਇਹਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੈ। ਫਿਰ ਕਿਸ ਚੀਜ਼ ਦਾ ਹੈ ਹਜੂਰ? ਦਰਵਾਜ਼ਾ ਕਿਹੜਾ ਹੈ ਜਿਹੜਾ ਸਾਨੂੰ ਸਪਿਰਿਚੁਅਲ ਬਣਾਉਂਦਾ ਹੈ? ਗੁਰੂ ਦੁਆਰਾ ਇੱਕ ਬਹੁਤ ਪਿਆਰਾ ਸ਼ਬਦ ਸਿੱਖ ਧਰਮ ਵਿੱਚ ਵਰਤਿਆ ਜਾਂਦਾ ਹੈ। ਗੁਰਦੁਆਰਾ ਕੀ ਹੈ? ਗੁਰੂ ਅਮਰਦਾਸ ਨੇ ਡਿਫਾਈਨ ਕੀਤਾ, ਗੁਰਦੁਆਰੇ ਲਾਏ ਭਾਵਨੀ। ਇੱਕ ਨਾ 10ਵਾਂ ਦੁਆਰ ਦਿਖਾਇਆ, ਭਾਵਨਾ ਨਾਲ ਗੁਰੂ ਦੇ ਦੁਆਰੇ 'ਤੇ ਜਾਣਾ, ਨਾਮ ਦੇ ਵਿੱਚ ਹਜ਼ੂਰੀ ਆ ਜਾਣਾ। ਗੁਰੂ ਦਾ ਦੁਆਰ ਹੈ, ਇੱਕ ਐਸੋਟੈਰਿਕ ਵਰਡ ਹੈ, ਫਿਜ਼ੀਕਲ ਨਹੀਂ ਹੈ। ਇਹਦਾ ਇਹ ਮਤਲਬ ਨਹੀਂ ਕਿ ਗੁਰਦੁਆਰੇ ਜਾ ਕੇ ਗੁਰਦੁਆਰੇ ਦਾ ਧਿਆਨ ਨਹੀਂ, ਗੁਰੂ ਦਾ ਧਿਆਨ ਨਹੀਂ ਕੀਤਾ ਜਾ ਸਕਦਾ। ਇਹਦਾ ਇਹ ਮਤਲਬ ਵੀ ਨਹੀਂ ਕਿ ਗੁਰਦੁਆਰੇ ਵਿੱਚ ਨਾ ਜਾਓ ਤਾਂ ਵੀ ਗੁਰੂ ਦਾ ਧਿਆਨ ਨਹੀਂ ਕੀਤਾ ਜਾ ਸਕਦਾ। ਇਹ ਇੱਕ ਸਪਿਰਿਚੁਅਲ ਰੈਵੋਲੂਸ਼ਨ ਵੱਲ ਗੱਲ ਚੱਲ ਰਹੀ ਹੈ। ਗੁਰਦੁਆਰਾ ਗੁਰੂ ਨੂੰ ਮਨ ਵਿੱਚ ਬਿਠਾ ਲੈਣਾ, ਨਾਮ ਨੂੰ ਜੀਵਨ ਦਾ ਆਧਾਰ ਬਣਾ ਲੈਣਾ, ਪ੍ਰੇਮ ਨੂੰ ਜੀਵਨ ਦਾ ਦਰਵਾਜ਼ਾ ਬਣਾ ਦੇਣਾ। ਗੁਰਦੁਆਰਾ
ਗੁਰੂ ਹੁਣ ਸਮਝਾ ਰਹੇ ਹਨ ਕਿ ਗੁਰੂ ਦਾ ਕੀ ਰੋਲ ਹੈ ਜੀਵਨ ਦੇ ਵਿੱਚ। ਇਸ ਪੌੜੀ ਦੇ ਵਿੱਚ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਇੱਕ ਬੜੀ ਕਲੀਅਰ ਔਰ ਐਬਸੋਲੂਟ ਸਟੇਟਮੈਂਟ ਗੁਰੂ ਨੇ ਹੁਣ ਦਿੱਤੀ ਹੈ ਕਿ ਬਿਨਾਂ ਸਤਿਗੁਰੂ ਦੇ ਕਿਸੇ ਨੇ ਪ੍ਰਾਪਤੀ ਨਹੀਂ ਕਰ ਪਾਣੀ, ਪਾ ਹੀ ਨਹੀਂ ਸਕਦੇ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਨਾਲ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਗੁਰੂ ਕੌਣ ਹੈ, ਕਿਉਂਕਿ ਅਸੀਂ ਫਿਰ ਇਹ ਨਾ ਕਹਿ ਦਈਏ ਕਿ ਗੁਰੂ ਨਾਨਕ ਹੀ ਇਕੱਲਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਨੂੰ ਡਿਫਾਈਨ ਕਰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਦੇ 3 ਦਰਸ਼ਨ ਦੱਸੇ ਹਨ। ਇੱਕ ਦਰਸ਼ਨ ਗੁਰੂ ਦਾ ਨਿਰੰਕਾਰ ਹੈ। ਗੁਰੂ ਦੇ ਬਿਨਾਂ ਕੋਈ ਨਹੀਂ ਜਾਣ ਪਾਉਂਦਾ। ਆਪਣੇ ਕਰਮ ਨਾਲ ਅਸੀਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਮੈਂ ਸ਼ਾਂਤ ਹੋ ਸਕਦਾ ਹਾਂ ਕਰਨ ਨਾਲ, ਕੁਝ ਸਮਾਂ ਪ੍ਰੈਕਟਿਸ ਕਰਾਂ, ਮਨ ਸ਼ਾਂਤ ਹੋ ਜਾਏਗਾ, ਪਰ ਮਨ ਦਾ ਆਨੰਦ ਦਰਵਾਜ਼ਾ ਨਹੀਂ ਖੁੱਲ੍ਹਦਾ ਹੈ, ਉਹ ਗੁਰੂ ਹੀ ਖੋਲ੍ਹ ਸਕਦਾ ਹੈ। ਔਰ ਗੁਰੂ ਦਾ ਪਹਿਲਾ ਦਰਸ਼ਨ ਨਿਰੰਕਾਰ ਹੈ, ਜਿਸ ਨੂੰ ਗੋਡ ਕਹਿੰਦਾ ਕੋਈ, ਜਿਹੜਾ ਹਰ ਜਗ੍ਹਾ ਵਿਆਪਕ ਹੈ, ਹਰ ਜਗ੍ਹਾ ਸਮਾਇਆ ਹੈ, ਹਰ ਸ੍ਰਿਸ਼ਟੀ ਦੇ ਵਿੱਚ ਹਾਜ਼ਰ ਹੈ, ਜਿਹੜਾ ਕਰਤਾ ਹੈ, ਕਰਤਾ ਪੁਰਖ, ਸਭ ਕੁਝ ਕਰਨ ਦਾ ਸੋਰਸ ਉਹ ਹੈ। ਗੁਰੂ ਕਹਿੰਦੇ ਹਨ ਸਭ ਇਹ ਅਧਿਆਤਮ ਉਹਦੇ ਥਰੂ ਹੀ ਮਿਲੇਗਾ, ਆਪਣੇ ਕਰਨ ਨਾਲ ਨਹੀਂ ਮਿਲੇਗਾ। ਅਗਰ ਮੇਰੇ ਕਰਨ ਨਾਲ ਮਿਲਦਾ ਹੁੰਦਾ ਤਾਂ ਫਿਰ ਗੋਡ ਔਰ ਗਿਆਨ ਔਰ ਆਤਮਾ ਮੇਰੇ ਅਧੀਨ ਹੁੰਦੀ, ਕਿਉਂਕਿ ਮੈਂ ਉਹਦਾ ਕਰਨ ਵਾਲਾ ਹਾਂ। ਬਿਲਕੁਲ ਆਪੋਜ਼ਿਟ ਟੂ ਜਿਸ ਤਰ੍ਹਾਂ ਅਸੀਂ ਦੁਨੀਆ ਜੀਂਦੇ ਹਾਂ। ਦੁਨੀਆ ਵਿੱਚ ਕਰਨ ਨਾਲ ਮਿਲਦਾ ਹੈ, ਨਹੀਂ ਕਰਾਂਗੇ ਤਾਂ ਕੁਝ ਨਹੀਂ ਮਿਲੇਗਾ। ਪਰ ਇੱਥੇ ਗੁਰਪ੍ਰਸਾਦ ਦੀ ਗੱਲ ਚਲਾ ਰਹੇ ਹਨ ਮਹਾਰਾਜ ਕਿ ਇੱਕ ਨਿਰੰਕਾਰ ਦੇ ਦਰਸ਼ਨ, ਦੂਸਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਜੋ ਅੱਜ ਸਾਡੇ ਧਰਮ ਵਿੱਚ ਹਾਜ਼ਰ ਹਨ, ਔਰ ਤੀਸਰਾ ਦਰਸ਼ਨ ਫਿਜ਼ੀਕਲ ਫਾਰਮ ਵਿੱਚ ਗੁਰੂ ਮਿਲਣਾ, ਉਹ ਤੀਸਰਾ ਦਰਸ਼ਨ ਹੋ ਸਕਦਾ ਹੈ। ਗੁਰੂ ਹੈ ਜੋ ਪੂਰਨ ਪੁਰਸ਼ ਕਿਸੇ ਵੀ ਧਰਮ ਦੇ ਹੋ ਸਕਦੇ ਹਨ, ਬ੍ਰਹਮ ਗਿਆਨੀ ਕਿਸੇ ਵੀ ਧਰਮ ਦੇ ਹੋ ਸਕਦੇ ਹਨ, ਕਿਸੇ ਵੀ ਕਲਚਰ ਤੋਂ, ਕਿਸੇ ਵੀ ਭਾਸ਼ਾ ਤੋਂ। ਔਰ ਮੇਰਾ ਇਹ ਮੰਨਣਾ ਹੈ ਕਿ ਕੁਝ ਧਰਮ ਨੇ ਦੁਨੀਆ ਵਿੱਚ ਜਿਹੜੇ ਸਟਰਕਚਰਲ ਧਰਮ ਨੇ, ਸਿਰਫ ਉਹਨਾਂ ਦੇ ਵਿੱਚ ਸਪਿਰਿਟ ਨਹੀਂ ਹੈ। ਜੋਤ ਔਰ ਜੁਗਤ, ਇਹ ਦੋਨਾਂ ਦਾ ਰਿਲੇਸ਼ਨਸ਼ਿਪ ਨਾਲ ਹੀ ਧਰਮ ਔਰ ਸਪਿਰਿਚੁਅਲਿਟੀ ਅਰਾਈਵ ਹੁੰਦੀ ਹੈ, ਜਿਸ ਨੂੰ ਅਸੀਂ ਜੁਗਤ ਮੈਥਡ ਕਹਿ ਦਈਏ, ਔਰ ਜੋਤ ਨੂੰ ਅਸੀਂ ਅਧਿਆਤਮ ਕਹਿ ਦਈਏ। ਜੋਤ 오ਹਾ, ਜੁਗਤ ਸਾਈ, ਸਹਿਕਾਇਆ, ਫਿਰ ਵਰਤੀਏ, ਫਿਰ ਪਲਟੀਏ। ਸੋ ਇਹ ਇੱਕ ਰਿਲੇਸ਼ਨਸ਼ਿਪ ਹੈ। ਉਸੇ ਜੋਤ ਨੇ 10ਵਾਂ ਗੁਰੂਆਂ ਦੇ ਵਿੱਚ ਹਾਜ਼ਰੀ ਔਰ ਹਜ਼ੂਰੀ ਬਖਸ਼ੀ ਹੈ, ਔਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹੀ ਜੋਤ ਹਾਜ਼ਰ ਹੈ। ਇਹ ਜੋਤ ਹੈ। ਫਿਰ ਜੁਗਤ ਕੀ ਹੈ ਮਹਾਰਾਜ? ਖਾਲਸਾ ਜੁਗਤ ਹੈ, ਜਾਂ ਸਿੱਖ ਵੀ ਕਹਿ ਸਕਦੇ ਹਾਂ ਜੁਗਤ ਹੈ, ਮੈਥਡ ਹੈ। ਕਾਇਆ, ਫਿਰ ਵਰਤੀਏ। ਉਹ ਕਾਇਆ, ਉਹ ਫਾਰਮ, ਸਟਰਕਚਰਲ ਫਾਰਮ ਵੀ ਨਾਲ ਨਾਲ ਚੱਲ ਰਿਹਾ ਹੈ। ਪਰ ਜੋਤ ਨੂੰ ਜਾਣਨਾ ਹੀ ਧਰਮ ਦਾ ਫੋਕਸ ਹੈ। ਉਸ ਜੋਤ ਨੂੰ ਮਿਲ ਲੈਣਾ ਹੀ ਧਰਮ ਦਾ ਗਿਆਨ ਪ੍ਰਾਪਤ ਕਰਨਾ ਹੈ। ਇਹ ਹੋ ਸਕਦਾ ਹੈ ਕਿ ਇੱਕ ਇਨਸਾਨ ਅੱਜ ਸਿੱਖ ਹੋਏ, ਅਗਲੇ ਜਨਮ ਵਿੱਚ ਮੁਸਲਮਾਨ ਹੋ ਜਾਏ, ਜਾਂ ਕੋਈ ਹੋਰ ਧਰਮ ਦਾ ਹੋ ਜਾਏ। ਇਹਦੇ 'ਚ ਸਾਡਾ ਕੋਈ ਕੰਟਰੋਲ ਨਹੀਂ ਹੈ। ਫਿਰ ਹਜ਼ੂਰ ਕਹਿੰਦੇ ਹਨ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਗੁਰੂ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਨਿਰੰਕਾਰ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿ ਸਕਦੇ ਹਾਂ ਅਸੀਂ। ਗੁਰੂ ਹੁਣ ਕਿਵੇਂ ਡਿਫਾਈਨ ਹੋਏਗਾ? 6 ਮੀਟਰ ਕੱਪੜਾ ਪਾ ਕੇ ਕਿ ਚੋਗਾ ਪਾ ਲਈਏ ਗੁਰੂ ਬਣ ਜਾਏ ਇਨਸਾਨ? ਚਿੱਟੇ ਕੱਪੜੇ, ਪੀਲੇ ਕੱਪੜੇ, ਨੀਲੇ ਕੱਪੜੇ, ਇਹਦੇ ਤੋਂ ਡਿਫਾਈਨ ਹੋਏਗਾ ਗੁਰੂ ਕੌਣ ਹੈ। 4 ਅੱਖਰ ਅੰਗਰੇਜ਼ੀ ਦੇ ਜਾਂ ਹੋਰ ਕਿਸੇ ਭਾਸ਼ਾ ਦੇ ਪੜ੍ਹ ਕੇ ਥੋੜ੍ਹਾ ਗਿਆਨ ਲੈ ਕੇ ਇਨਸਾਨ ਗੁਰੂ ਬਣ ਜਾਂਦਾ ਹੈ। ਅੱਜ ਕੱਲ੍ਹ ਅਨੇਕਾਂ ਹੀ ਤਰ੍ਹਾਂ ਦੇ ਗੁਰੂਆਂ ਦੇ ਦਰਸ਼ਨ ਸਾਨੂੰ ਮਿਲਦੇ ਹਨ। ਗੁਰੂ ਨੂੰ ਕਿਵੇਂ ਜੱਜ ਕਰਾਂਗੇ? ਗੁਰੂ ਹੈ ਕੌਣ? ਇੱਥੇ ਬੜੇ ਭੁਲੇਖੇ ਹਨ, ਅਨੇਕਾਂ ਹੀ ਭੁਲੇਖੇ ਹਨ। ਔਰ ਮਹਾਰਾਜ ਨੇ ਸਾਨੂੰ ਐਸੇ ਚੀਜ਼ ਨੂੰ ਅਸੀਂ ਪ੍ਰੈਜ਼ੈਂਟ ਕੀਤਾ ਹੈ, ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਮੈਂ ਜਪ ਕਰਦਾ ਹਾਂ, ਜਾਪ ਕਰਦਾ ਹਾਂ, ਮੈਂ ਕਰਨ ਵਾਲਾ ਹਾਂ। ਸ਼ੁਰੂ ਮੈਂ ਇੱਥੋਂ ਹੁੰਦਾ ਹਾਂ, ਔਰ ਹੌਲੇ ਹੌਲੇ ਪ੍ਰੇਮ ਵਰਤ ਜਾਂਦਾ ਹੈ। ਪ੍ਰੇਮ ਵਰਤ ਗਿਆ, ਮਨ ਵਿੱਚ ਪ੍ਰੇਮ ਉੱਠਿਆ, ਮੈਂ ਗਿਰ ਗਿਆ। ਹੁਣ ਆਖ, ਸਤਿਗੁਰ ਆਖ ਸੁਣਾਇਆ। ਹੁਣ ਗੁਰੂ ਸੁਣਾ ਰਿਹਾ ਹੈ, ਹੁਣ ਮੈਂ ਨਹੀਂ ਰਹਿ ਗਿਆ। ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਗੁਰੂ ਨੇ ਫਿਰ ਸ਼ਬਦ ਸੁਣਾਇਆ। ਜਦੋਂ ਉਸ ਪ੍ਰੇਮ ਨਾਲ ਮਨ ਵਿੱਚ ਜਗਤ ਪ੍ਰਗਟ ਹੋਇਆ ਸ਼ਬਦ,
ਫਿਰ ਉਹ ਮੈਂ ਨਹੀਂ ਹੈ, ਉਹ ਇੱਕ ਮਿਲਣ ਹੋ ਰਿਹਾ ਹੈ, ਇੱਕ ਵਿਆਹ ਹੋ ਰਿਹਾ ਹੈ, ਇੱਕ ਆਨੰਦ ਕਾਰਜ ਹੋ ਰਿਹਾ ਹੈ। ਆਨੰਦ ਨੂੰ ਮਿਲਣ ਦੀ ਇੱਕ ਵਿਧੀ ਪ੍ਰਗਟ ਹੋ ਰਹੀ ਹੈ। ਮਨ ਗਿਰ ਗਿਆ ਹੈ ਮਹਾਰਾਜ। ਸਤਿਗੁਰੂ ਨੇ ਸ਼ਬਦ ਸੁਣਾ ਦਿੱਤਾ ਹੈ ਪ੍ਰੇਮ ਨਾਲ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਮਨ ਦੇ ਵਿੱਚ ਪ੍ਰੇਮ ਆ ਗਿਆ ਹੈ ਤਾਂ ਦੁੱਖ ਚਲਾ ਗਿਆ। ਦੁੱਖ ਪਰਹਰ ਸੁੱਖ ਕਰ ਲੈ ਜਾਏ। ਮੇਰੇ ਘਰ ਵਿੱਚ ਸੁੱਖ ਹੈ, ਆਨੰਦ ਹੈ, ਉਸ ਦੇ ਘਰ ਵਿੱਚ ਮੈਂ ਪਹੁੰਚ ਗਿਆ ਹਾਂ। ਦਰਸ਼ਨ ਹੋ ਰਹੇ ਹਨ ਸਾਹਿਬ। ਮਨ ਵਿੱਚ ਪ੍ਰੇਮ ਹੋਏਗਾ ਤਾਂ ਅਸੀਂ ਸੁਣ ਪਾਵਾਂਗੇ, ਫਿਰ ਮੈਂ ਨਹੀਂ ਰਹੇਗਾ। ਹਜ਼ੂਰ ਕਹਿੰਦੇ ਹਨ ਅੱਗੇ, ਸਤਿਗੁਰ ਮਿਲੀਏ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਮੋਹ ਔਰ ਮਾਣ, ਇਹ ਦੋ ਬਾਣੀ ਦੱਸਦੀ ਹੈ ਰਿਫਲੈਕਸ਼ਨਸ ਈਗੋ ਦੇ, ਹੰਕਾਰ ਦੇ। ਜਦੋਂ ਮੇਰੇ ਵਿੱਚੋਂ ਮੋਹ ਚੁੱਕ ਗਿਆ, ਨਿਕਲ ਗਿਆ, ਮੈਂ ਇਹ ਰਿਲੇਸ਼ਨਸ਼ਿਪਸ ਜਿਹੜੀਆਂ ਮੇਰੀਆਂ ਹਨ, ਜਿਹੜੀ ਇਵੈਂਟਸ ਹਨ ਲਾਈਫ ਦੇ, ਇਹਦੇ ਬਿਯੋਂਡ ਇੱਕ ਜੀਵਨ ਮੈਨੂੰ ਮਿਲ ਗਿਆ। ਮੈਂ ਇਹਨਾਂ ਤੋਂ ਟੁੱਟਿਆ ਨਹੀਂ ਹਾਂ, ਇਹਨਾਂ ਨਾਲ ਹੋਰ ਗਹਿਰਾ ਜੁੜ ਗਿਆ ਹਾਂ। ਜਿਹੜਾ ਆਪਣੇ ਆਪ ਅੰਦਰ ਜਿਹਦੇ ਅੰਦਰ ਆਪ ਪ੍ਰੇਮ ਨਹੀਂ ਪ੍ਰਗਟ ਹੋ ਰਿਹਾ, ਉਹ ਦੂਸਰੇ ਨੂੰ ਕਿਵੇਂ ਪ੍ਰੇਮ ਕਰੇਗਾ? ਉਹ ਤਾਂ ਸਿਰਫ ਈਗੋ ਦੀ ਰਿਫਲੈਕਸ਼ਨ ਹੈ। ਮੇਰੀ ਡੈਫੀਨੇਸ਼ਨ ਹੈ ਮੈਂ ਕੌਣ ਹਾਂ। ਇਹ ਮੇਰਾ ਘਰ ਵਾਲਾ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੇ ਬੱਚੇ ਹਨ, ਇਹ ਸਭ ਈਗੋ ਦੀ ਰਿਫਲੈਕਸ਼ਨ ਹੈ। ਪ੍ਰੇਮ ਮੈਂ ਜਾਣਦਾ ਹੀ ਨਹੀਂ ਤੇ ਕਿਵੇਂ ਕਰਾਂਗਾ? ਮੈਂ ਸਿਰਫ ਆਪਣੀ ਹੀ ਰਿਫਲੈਕਸ਼ਨ ਨਾਲ ਪ੍ਰੇਮ ਕਰਦਾ ਹਾਂ। ਹਾਂ, ਜਦੋਂ ਮੇਰੇ ਅੰਦਰ ਪ੍ਰੇਮ ਖਿਲ ਗਿਆ, ਫਿਰ ਮੈਂ ਇਹਨਾਂ ਰਿਲੇਸ਼ਨਸ਼ਿਪਸ ਦੇ ਬਿਯੋਂਡ ਜਿਹੜੀ ਐਨਰਜੀ ਇਹਨਾਂ ਦੇ ਪਿੱਛੇ ਖੜੀ ਹੈ, ਉਹਦੇ ਨਾਲ ਜੁੜ ਗਿਆ। ਇਹਨਾਂ ਸਾਰੀ ਰਿਲੇਸ਼ਨਸ਼ਿਪਸ ਦੇ ਨਾਲ ਹੋਰ ਗਹਿਰੀ ਤਰ੍ਹਾਂ ਜੁੜ ਗਿਆ। ਇਹਨਾਂ ਦੀ ਚੇਂਜਿੰਗ ਮਨ ਤੋਂ ਬਿਯੋਂਡ ਇਹਨਾਂ ਨਾਲ ਜੁੜ ਗਿਆ। ਸਤਿਗੁਰੂ ਮਿਲੀਏ ਸਦਾ ਮੁਕਤ ਹੈ। ਜਦੋਂ ਗੁਰੂ ਮਿਲੇਗਾ ਤਾਂ ਸਦਾ ਆਜ਼ਾਦ ਹੈ ਇਨਸਾਨ। ਫਿਰ ਕਿਸੇ ਬੰਦਿਸ਼ ਵਿੱਚ ਨਹੀਂ ਹੈ, ਫਿਰ ਕਿਸੇ ਐਸੇ ਫਾਰਮ ਵਿੱਚ ਨਹੀਂ ਹੈ ਜਿਹਦੇ ਨਾਲ ਪੇਨ ਆਏਗਾ, ਕਿਉਂਕਿ ਪੇਨ ਆਂਦਾ ਹੀ ਉੱਥੋਂ ਹੈ। ਮੈਂ ਫੋਰਜ ਕਰਦਾ ਹਾਂ ਉਹ ਚੇਨਸ ਜਿਹਦੇ ਵਿੱਚ ਮੇਰੀ ਬੰਦਿਸ਼ ਬੰਨਿਆ ਹੋਇਆ ਹਾਂ। ਮੈਂ ਉਹ ਕੜੀਆਂ ਮੈਂ ਹੀ ਆਪਣੀ ਈਗੋ ਨਾਲ ਬਣਾਈਆਂ ਹਨ, ਜਿਨ੍ਹਾਂ ਨਾਲ ਮੈਂ ਬੰਨਿਆ ਗਿਆ ਹਾਂ। ਤਾਂ ਗੁਰੂ ਇਸ ਗੱਲ ਨੂੰ ਸਾਨੂੰ ਸਮਝਾ ਰਹੇ ਹਨ ਕਿ ਮੁਕਤ ਔਰ ਆਜ਼ਾਦ ਸਿਰਫ ਉਹੀ ਹੈ ਜਿਹਨੂੰ ਗੁਰੂ ਮਿਲ ਗਿਆ, ਜਿਨ੍ਹਾਂ ਆਪਣੇ ਅੰਦਰੋਂ ਮੋਹ ਦੇ ਪਰੇ ਜਾ ਕੇ ਇੱਕ ਨਵਾਂ ਜੀਵਨ ਪਾ ਲਿਆ। ਉੱਤਮ ਹੈ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ। ਇਹੀ ਵਿਚਾਰ, ਇਹੀ ਥਾਟ, ਇਹੀ ਧਿਆਨ ਉੱਤਮ ਹੈ। ਮੈਂ ਵਿਚਾਰ ਨੂੰ ਇੱਕ ਡੈਫੀਨੇਸ਼ਨ ਦਿੰਦਾ ਹਾਂ ਧਿਆਨ ਦੀ, ਕਿਉਂਕਿ ਜਦੋਂ ਵਿਚਾਰ ਵਿੱਚ ਗਹਿਨ ਉਤਰੇਗਾ ਆਦਮੀ ਤਾਂ ਉਹ ਧਿਆਨ ਬਣੇਗਾ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ। ਚਿੱਤ ਧਿਆਨ ਲਗਾਇਆ ਸੱਚੇ ਨਾਲ, ਬਾਣੀ ਨਾਲ, ਜਾਪ ਨਾਲ, ਨਾਮ ਨਾਲ, ਮਨ ਤੋਂ ਪਰੇ ਦੇ ਉਸ ਮਨ ਨਾਲ ਜਗ ਜੀਵਨ ਦਾਤਾ ਪਾਇਆ। ਇਸ ਜਗ ਨੂੰ ਜਿਸ ਨੇ ਜੀਵਨ ਦਿੱਤਾ ਹੈ, ਸਾਰੀ ਸ੍ਰਿਸ਼ਟੀ ਦਾ ਜੋ ਦਾਤਾ ਹੈ, ਉਹਨੂੰ ਪਾ ਲਿਆ ਹੈ। ਮਹਾਰਾਜ ਕਹਿੰਦੇ ਹਨ ਅੱਜ ਦੀ ਇਹ ਵਿਚਾਰ ਆਪ ਇਤਨੀ ਹੀ ਪ੍ਰਵਾਨ ਕਰਨਾ। ਮੇਰੀਆਂ ਭੁੱਲਾਂ ਖਿਮਾ ਕਰ ਦੇਣਾ। ਗੁਰੂ ਸਾਹਿਬ ਬਖਸ਼ਿਸ਼ ਕਰਨ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਗੁਰੂ ਹਰੀ ਨਾਲ ਮਿਲਾਉਂਦਾ ਹੈ, ਪਰਉਪਕਾਰੀ ਹੈ, ਜੀਵਨ ਦਾ ਦਾਨ ਦਿੰਦਾ ਹੈ। ਗੁਰੂ ਨੂੰ ਮਿਲਣ ਦੀ ਦੋ ਸਿੰਪਟਮਸ ਸਿੱਧ ਗੋਸ਼ਟ ਵਿੱਚ ਗੁਰੂ ਸਾਹਿਬ ਨੇ ਦੱਸੀਆਂ ਹਨ। ਸਤਿਗੁਰੂ ਨਾਮ ਦਿੰਦਾ ਹੈ ਔਰ ਇੱਕ ਨਵਾਂ ਜਨਮ ਦਿੰਦਾ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਸਤਿਗੁਰੂ ਨੇ ਨਵਾਂ ਜਨਮ ਦਿੱਤਾ, ਆਵਾਗਮਨ ਮਿਟ ਗਿਆ ਮਹਾਰਾਜ। ਦੂਸਰੀ ਕੰਡੀਸ਼ਨ ਸਾਹਿਬ ਨੇ ਦੱਸੀ ਹੈ ਸਿੰਪਟਮ, ਜੋ ਨਾਮ ਨਾਲ ਜੁੜੇ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਕਿਰਪਾ ਕਰਨ, ਅੱਜ ਦੀ ਵਿਚਾਰ ਪ੍ਰਵਾਨ ਕਰਨਾ। ਬਹੁਤ ਧੰਨਵਾਦ। ਸਭ ਨੂੰ ਕਿਰਪਾ ਔਰ ਧੰਨਵਾਦ ਗੁਰੂ ਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।